ਵੈਲਕਮ ਬੈਕ ਐਵਰੀਬਡੀ ਟੂ ਦ ਆਨਲਾਈਨ ਪਲੇਟਫਾਰਮ ਆਫ ਉਡਾਨ ਇੰਸਟੀਚਿਊਟ। ਅੱਜ ਦੇ ਲੈਕਚਰ ਦੇ ਵਿੱਚ ਆਪਾਂ ਮਾਸਟਰ ਕੇਡਰ ਦਾ 2020 ਦਾ ਐਗਜ਼ਾਮ ਡਿਸਕਸ ਕਰਾਂਗੇ। ਸੋ ਲੈਟਸ ਗੈਟ ਸਟਾਰਟਡ। ਸਭ ਤੋਂ ਪਹਿਲਾਂ ਜਿਹੜਾ ਆਪਣੇ ਕੋਲੇ ਕੁਐਸਚਨ ਹੈਗਾ, ਵਿਚ ਆਫ ਦ ਕੰਬੀਨੇਸ਼ਨ ਆਫ ਕ੍ਰਿਸਟਲ ਸਟਰਕਚਰ ਐਂਡ देयर ਕੋਆਰਡੀਨੇਸ਼ਨ ਨੰਬਰ ਇਜ਼ ਕਰੈਕਟ। ਕਿਹੜੀ ਚੀਜ਼ ਜਿਹੜਾ ਹੈਗਾ ਕ੍ਰਿਸਟਲ ਸਟਰਕਚਰ ਤੇ ਉਹਦੇ ਕੋਆਰਡੀਨੇਸ਼ਨ ਨੰਬਰ ਦਾ ਜਿਹੜਾ ਸਿਸਟਮ ਹੈਗਾ ਆ ਉਹ ਸਹੀ ਹੈਗਾ ਇਸ ਕੇਸ ਦੇ ਵਿੱਚ। ਤਾਂ ਆਪਾਂ ਨੂੰ ਜਿਵੇਂ ਪਤਾ ਹੈਗਾ, ਸਭ ਤੋਂ ਪਹਿਲਾਂ ਗੱਲ ਕਰਦੇ ਹੈਗੇ ਆ ਬੋਡੀ ਸਟਰਕਚਰ ਦੀ। ਉਸ ਤੋਂ ਵੀ ਪਹਿਲਾਂ ਕੋਆਰਡੀਨੇਸ਼ਨ ਨੰਬਰ ਹੁੰਦਾ ਕੀ ਹੈ। ਕੋਆਰਡੀਨੇਸ਼ਨ ਨੰਬਰ ਕੀ ਹੈਗਾ, ਕੋਈ ਵੀ ਇੱਕ ਆਪਾਂ ਐਟਮ ਲਿਆ, ਮੰਨ ਲਓ ਮੇਰੇ ਕੋਲੇ ਸਿੰਪਲ ਕਿਊਬਿਕ ਦਾ ਮੈਂ ਇੱਕ ਐਟਮ ਲੈ ਲਿਆ। ਸੋ ਕੋਆਰਡੀਨੇਸ਼ਨ ਨੰਬਰ ਕੀ ਦੱਸਦਾ ਆ, ਕਿਸੇ ਵੀ ਇੱਕ ਪਰਟੀਕੂਲਰ ਐਟਮ ਦੇ ਨੀਅਰੈਸਟ ਨੇਬਰਸ ਕਿੰਨੇ ਨੇ, ਸਭ ਤੋਂ ਜ਼ਿਆਦਾ ਨਜ਼ਦੀਕ ਅਗਰ ਆਪਾਂ ਗੱਲ ਕਰੀਏ ਤਾਂ ਕਿੰਨੇ ਐਟਮਸ ਉਹਦੇ ਨਜ਼ਦੀਕ ਪਏ ਨੇ ਸਭ ਤੋਂ ਜ਼ਿਆਦਾ, ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਉਸ ਚੀਜ਼ ਦਾ ਜਿਹੜਾ ਹੈਗਾ ਗਾ ਕ੍ਰਿਸਟਲ ਸਟਰਕਚਰ ਦਾ ਕੋਆਰਡੀਨੇਸ਼ਨ ਨੰਬਰ। ਹੁਣ ਦੇਖੋ, ਪਹਿਲਾਂ ਉਹਨਾਂ ਨੇ ਆਪਸ਼ਨ ਦਿੱਤੀ ਹੈਗੀ ਆ ਬੋਡੀ ਸੈਂਟਰ ਦੇ ਵਿੱਚ। ਬੋਡੀ ਸੈਂਟਰ ਦਾ ਅਗਰ ਆਪਾਂ ਸੈੱਲ ਨੂੰ ਇਮੈਜਿਨ ਕਰਕੇ ਦੇਖੀਏ ਤਾਂ ਸਾਨੂੰ ਪਤਾ ਆ ਬੋਡੀ ਸੈਂਟਰ ਦੇ ਵਿੱਚ ਜਿਹੜੇ ਕਾਰਨਰਸ ਹੁੰਦੇ ਨੇ ਉਹਦੇ ਉੱਤੇ ਇੱਕ ਐਟਮਸ ਪਏ ਹੁੰਦੇ ਆ, ਤੇ ਇੱਕ ਐਟਮ ਜਿਹੜਾ ਹੈਗਾ ਬੋਡੀ ਦੇ ਬਿਲਕੁਲ ਜਿਹੜਾ ਹੈਗਾ ਸੈਂਟਰ ਦੇ ਵਿੱਚ ਪਿਆ ਹੁੰਦਾ ਹੈ। ਅਗਰ ਮੈਂ ਇਸ ਚੀਜ਼ ਨੂੰ ਡਰਾ ਕਰਕੇ ਦੇਖਾਂ ਤਾਂ ਮੈਂ ਕਿੱਦਾਂ ਡਰਾ ਕਰ ਸਕਦੀ ਹੈਗੀ ਹਾਂ। ਮੰਨ ਲਓ ਆ ਮੇਰੇ ਕੋਲੇ ਕੋਈ ਇੱਕ ਜਿਹੜਾ ਹੈਗਾ ਯੂਨਿਟ ਸੈੱਲ ਪਿਆ ਆ, ਠੀਕ ਹੈ। ਯੂਨਿਟ ਸੈੱਲ ਆਪਾਂ ਨੂੰ ਪਤਾ ਆ ਕਿਸੇ ਵੀ ਐਟਮ ਦੀ ਜਿਹੜੀ ਹੈਗੀ ਆ ਸੈਲਫ ਰਿਪੀਟਿੰਗ ਐਂਟਿਟੀ ਨੂੰ ਆਪਾਂ ਯੂਨਿਟ ਸੈੱਲ ਕਹਿ ਦਿੰਦੇ ਆ। ਬੋਡੀ ਸੈਂਟਰ ਦੇ ਵਿੱਚ ਕੀ ਹੁੰਦਾ ਆ, ਇਸ ਦੇ ਸਾਰੇ ਕਾਰਨਰਸ ਦੇ ਉੱਤੇ ਐਟਮਸ ਪਏ ਆ। ਉਸ ਤੋਂ ਬਾਅਦ ਜਿਹੜਾ ਹੈਗਾ ਇਸ ਐਟਮ ਦੀ ਇੱਕ ਜਿਹੜਾ ਹੈਗਾ ਬੋਡੀ ਦੇ ਸੈਂਟਰ ਦੇ ਉੱਤੇ ਆਪਣੇ ਕੋਲ ਇੱਕ ਐਟਮ ਪਿਆ ਆ ਜਗ੍ਹਾ ਤੇ। ਲੈਟਸ ਹੁਣ ਕੀ ਹੋ ਰਿਹਾ ਆ, ਅਗਰ ਆਪਾਂ ਦੇਖੀਏ ਤਾਂ ਇਸ ਚੀਜ਼ ਦੀ ਮੈਂ ਐਜ ਲੈਂਥ ਨੂੰ ਅਗਰ ਮੈਂ ਕਹਾਂ ਕਿ ਇਹਦੀ ਐਜ ਲੈਂਥ ਆਪਣੇ ਕੋਲੇ ਇਹ ਹੈਗੀ ਹੈ, ਠੀਕ ਹੈ। ਮੈਂ ਕੀ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਮੈਂ ਆਹ ਵਾਲੇ ਸੈਂਟਰਲ ਐਟਮ ਤੋਂ ਸਾਰੇ ਐਟਮਸ ਦਾ ਡਿਸਟੈਂਸ। ਹੁਣ ਜੇ ਦੇਖਿਆ ਜਾਵੇ, ਅਗਰ ਆ ਰੂਮ ਨੂੰ ਅਗਰ ਆਪਾਂ ਯੂਨਿਟ ਕਿਊਬਿਕ ਸੈੱਲ ਦੀ ਤਰ੍ਹਾਂ ਕੰਸੀਡਰ ਕਰੀਏ ਕਿ ਇੱਕ ਕਿਊਬ ਹੈਗੀ ਆ, ਇਹਦੇ ਆਪਣੇ ਸਾਰੇ ਕਾਰਨਰਸ ਤੇ ਐਟਮਸ ਪਏ ਆ ਤੇ ਇੱਕ ਐਟਮ ਮੰਨ ਲਓ ਇੱਥੇ ਸੈਂਟਰ ਦੇ ਵਿੱਚ ਪਿਆ ਆ। ਹੁਣ ਮੈਂ ਕੀ ਦੇਖਿਆ, ਆਹ ਵਾਲੀ ਲੈਂਥ ਜਿਹੜੀ ਹੈਗੀ ਆ ਦੋ ਐਟਮਸ ਦੇ ਵਿੱਚ ਡਿਸਟੈਂਸ ਜਿਹੜਾ ਹੈਗਾ ਇਹ ਹੈ। ਬਟ ਜੇ ਆਹ ਕਾਰਨਰ ਵਾਲੇ ਦਾ ਤੇ ਆਹ ਸੈਂਟਰ ਵਾਲੇ ਦਾ ਅਗਰ ਮੈਂ ਡਿਸਟੈਂਸ ਕੈਲਕੂਲੇਟ ਕਰਾਂ ਤਾਂ ਇਹ ਡਿਸਟੈਂਸ ਜਿਹੜਾ ਹੈਗਾ ਉਹ ਓਬਵੀਅਸਲੀ ਲੈਸ ਦੈਨ ਇਹ ਆਊਗਾ, ਠੀਕ ਹੈ। ਇਹਦੀ ਡਿਟੇਲ ਰਾਜੇ ਜਦੋਂ ਆਪਾਂ ਇਸ ਸਬਜੈਕਟ ਨੂੰ ਪੜ੍ਹਾਂਗੇ ਸੋਲਿਡ ਸਟੇਟ ਫਿਜ਼ਿਕਸ ਨੂੰ, ਉਸ ਟਾਈਮ ਕੈਲਕੂਲੇਟ ਕਰਾਂਗੇ। ਬਟ ਮੈਂ ਤੁਹਾਨੂੰ ਮੋਟਾ ਦੱਸ ਦਿੰਦੀ ਹਾਂ, ਅਗਰ ਮੈਂ ਆਹ ਕਾਰਨਰ ਤੋਂ ਇੱਥੋਂ ਵਾਲੇ ਐਟਮ ਦਾ ਡਿਸਟੈਂਸ ਜਿਹੜਾ ਹੈਗਾ ਕੈਲਕੂਲੇਟ ਕਰਨਾ ਆ ਤਾਂ ਮੈਂ ਇਹਦੇ ਲਈ ਪਾਇਥਾਗੋਰਸ ਥਿਓਰਮ ਨੂੰ ਯੂਜ਼ ਕਰ ਸਕਦੀ ਹਾਂ। ਕਿੱਦਾਂ ਯੂਜ਼ ਕਰ ਸਕਦੀ ਹੈਗੀ ਹਾਂ, ਆਹ ਵਾਲੇ ਐਟਮ ਤੋਂ ਲੈ ਕੇ ਅਗਰ ਮੈਂ ਉਹ ਵਾਲੇ ਕਾਰਨਰ ਤੱਕ ਜਿਹੜਾ ਆਹ ਡਿਸਟੈਂਸ ਹੈਗਾ ਜਿਹਨੂੰ ਮੈਂ ਡਾਇਗਨਲ ਕਹਿ ਦਿੰਦੀ ਹਾਂ, ਅਗਰ ਮੈਂ ਡਾਇਗਨਲ ਦੀ ਲੈਂਥ ਕੈਲਕੂਲੇਟ ਕਰ ਲਾਂ ਤਾਂ ਆਹ ਵਾਲਾ ਜਿਹੜਾ ਸੈਂਟਰ ਦੇ ਵਿੱਚ ਐਟਮ ਪਿਆ ਆ ਉਹ ਡਾਇਗਨਲ ਦੇ ਹਾਫ ਦੇ ਉੱਤੇ ਆ। ਤਾਂ ਅਗੇਨ ਆਪਾਂ ਨੂੰ ਇੱਥੇ ਪਾਇਥਾਗੋਰਸ ਥਿਓਰਮ ਲਾਣੀ ਪਊਗੀ। ਆਪਾਂ ਕੀ ਕਰਾਂਗੇ, ਆਹ ਵਾਲਾ ਡਿਸਟੈਂਸ ਕੈਲਕੂਲੇਟ ਕਰਾਂਗੇ ਪਹਿਲਾਂ ਨੀਚੇ ਵਾਲਾ, ਠੀਕ ਹੈ। ਫਿਰ ਸਾਈਡ ਵਾਲੀ ਸਾਨੂੰ ਇਹ ਪਤਾ ਆ, ਤਾਂ ਆਹ ਵਾਲੇ ਡਾਇਗਨਲ ਨੂੰ ਕੈਲਕੂਲੇਟ ਕਰਨ ਵਾਸਤੇ ਆਪਾਂ ਕੀ ਕਰ ਲਾਂਗੇ, ਪਾਇਥਾਗੋਰਸ ਥਿਓਰਮ ਲਾ ਲਾਂਗੇ। ਅਗਰ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਤਾਂ ਅਗਰ ਮੈਂ ਆਹ ਵਾਲਾ ਤੇ ਆਹ ਵਾਲਾ ਡਿਸਟੈਂਸ ਮੈਂ ਕੈਲਕੂਲੇਟ ਕਰ ਲਿਆ ਨੀਚੇ ਵਾਲਾ ਜਿਹੜਾ ਹੈਗਾ, ਤਾਂ ਇਹਦੇ ਨਾਲ ਆਹ ਐਜ ਲੈਂਥ ਲੈ ਕੇ ਮੈਂ ਕੀ ਕਰ ਰਹੀ ਹੂੰ, ਬੋਡੀ ਡਾਇਗਨਲ ਨੂੰ ਕੈਲਕੂਲੇਟ ਕਰ ਰਹੀ ਹੂੰ। ਅਗਰ ਆਹ ਸਾਈਡ ਏ ਆ, ਆਹ ਵੀ ਸਾਈਡ ਏ ਆ, ਤਾਂ ਇਹਦੇ ਤੇ ਅਗੇਨ ਪਾਇਥਾਗੋਰਸ ਥਿਓਰਮ ਲੱਗੂਗੀ, ਏ ਸਕੁਅਰ ਪਲੱਸ ਏ ਸਕੁਅਰ ਦਾ ਅੰਡਰ ਰੂਟ। ਤਾਂ ਇਹਦੀ ਵੈਲਿਊ ਕਿੰਨੀ ਆ ਗਈ, ਰੂਟ ਆਫ 2a। ਆਹ ਮੈਨੂੰ ਪਤਾ ਆ ਏ ਆ, ਤਾਂ ਆਹ ਡਾਇਗਨਲ ਕਿੰਨਾ ਹੋ ਗਿਆ ਆਪਣੇ ਕੋਲੇ, ਅੰਡਰ ਰੂਟ 2a ਸਕੁਅਰ ਪਲੱਸ ਏ ਸਕੁਅਰ ਦਾ ਅੰਡਰ ਰੂਟ 2a ਸਕੁਅਰ ਪਲੱਸ ਏ ਸਕੁਅਰ ਦਾ ਅੰਡਰ ਰੂਟ। ਤਾਂ ਇਹ ਕਿੰਨੀ ਚੀਜ਼ ਆ ਗਈ, ਅੰਡਰ ਰੂਟ ਆਫ 3a, ਠੀਕ ਹੈ। ਮੈਂ ਹੁਣ ਕਿਹਾ ਆ ਕਿ ਉਹ ਐਟਮ ਜਿਹੜਾ ਆਹ ਡਾਇਗਨਲ ਹੈ ਉਹਦੇ ਮਿਡ ਦੇ ਵਿੱਚ ਪਿਆ ਆ, ਤਾਂ ਮਤਲਬ ਉਹਦਾ ਡਿਸਟੈਂਸ ਕਿੰਨਾ ਆ, ਅੰਡਰ ਰੂਟ 3a/2। ਹੁਣ ਅਗਰ ਇੱਥੇ ਐਟਮ ਪਿਆ ਆ ਤਾਂ ਇਹਦੇ ਉਹ ਵਾਲਾ ਕਾਰਨਰ ਵਾਲਾ ਐਟਮ, ਆਹ ਕਾਰਨਰ ਵਾਲਾ ਐਟਮ, ਇੱਧਰ ਵਾਲੇ ਕਾਰਨਰ ਵਾਲਾ ਐਟਮ ਤੇ ਉੱਧਰ ਵਾਲੇ 4a ਹੋ ਗਏ, 4 ਉੱਪਰ ਹੋ ਗਏ। ਤਾਂ ਟੋਟਲ ਜਿਹੜੇ ਹੈਗੇ 8 ਐਟਮਸ ਕਿੰਨੇ ਡਿਸਟੈਂਸ 'ਤੇ ਪਏ ਆ ਆਪਣੇ ਕੋਲੇ, ਅੰਡਰ ਰੂਟ 3a/2 ਡਿਸਟੈਂਸ ਦੇ ਉੱਤੇ। ਤਾਂ ਮਤਲਬ ਅਗਰ ਮੈਂ ਬੋਡੀ ਸੈਂਟਰਡ ਕਿਊਬਿਕ ਸੈੱਲ ਦੀ ਗੱਲ ਕਰਾਂ ਤਾਂ ਇਹਦਾ ਕੋਆਰਡੀਨੇਸ਼ਨ ਨੰਬਰ ਕਿੰਨਾ ਆ ਗਿਆ ਆਪਣੇ ਕੋਲੇ, 8 ਆ ਗਿਆ, ਠੀਕ ਹੈ ਜੀ। ਉਸੇ ਤਰ੍ਹਾਂ ਜਦੋਂ ਹੁਣ ਮੈਂ ਫੇਸ ਸੈਂਟਰਡ ਕਿਊਬਿਕ ਦੀ ਗੱਲ ਕਰ ਰਹੀ ਹਾਂ ਤਾਂ ਹੁਣ ਜਿਹੜੇ ਹੈਗੇ ਆ ਮੇਰੇ ਕੋਲੇ ਫੇਸਿਸ ਦੇ ਉੱਤੇ ਜਿਹੜੇ ਹੈਗੇ ਆ ਐਟਮਸ ਪਏ ਆ, ਠੀਕ ਹੈ।
अगर मैं इनू स्ट्रक्चर वाइज देखने की कोशिश करा तो मैं कह रही हूँ कि मेरे को फेजिज के उत्ते अपने को एटम्स पे है। तो मान लो आ मेरे को यूनिट क्यूबिक सैल है। हुण इस केस दे विच की कह रही हूँ मैं, मेरे को कॉर्नर से तो एटम पे ही पे है, उस तो इलावा जिहड़ियां मेरे को फेजिज हैगियां इहदियां फेस जिन्हों आपां कहने आ उन्हां दे सेंटर दे उत्ते भी एक एटम पिया होया। मान लो आ इस फेस दे सेंटर ते आ, सैकेंड फेस दे सेंटर ते, थर्ड अगे वाली फेस दे सेंटर ते, आ इस फेस दे सेंटर दे उत्ते, ठीक है। तो एक जिहड़ा हैगा गा आ अगे वाली दा, आ नीचे वाली दा, आ उपर वाली दा। तो टोटल अपने को 6 फेजिज होंदियां ने ते 6 फेसिस दे सेंटर दे उत्ते अपने को एटम्स पए होंदे आ। तो अगर मैं आ वाली फेस का मतलब ओ वाली फेस का कैलकुलेट कर रही हूँ तो एक मेरे को पिछे वाली फेस का मतलब अगर मैं रूम के हिसाब नाल इमैजिन करा आ वाली फेस के सेंटर तो एक उपर जिथे अपने को फैन होंदा उहदे सेंटर के उत्ते इधर इधर सामने तो पिछे। तो टोटल अगर आप 6 फेजिज की गल कर रहे हैं तो 6 जिहड़े हैगे फेस के सेंटर के उत्ते अपने को एटम्स पए होंदे आ। हुण अगर मैं आ एटम का डिस्टेंस कैलकुलेट करा आ सेंटर वाले एटम तो आपां देखिया सी कि अगर आ साइड मेरी ए हैगी आ भी साइड मेरे को ए है, तो अगर मैं आ डिस्टेंस कैलकुलेट करना है तो आप किदां कैलकुलेट किया आ ए स्क्वायर प्लस ए स्क्वायर का अंडर रूट। तो यदी वैल्यू कितनी आई है अपने को √2a। तो ये वाला एटम जोड़ा हैगा ये सेंटर दे विच मतलब ये हाफ से पिया आ, तो यह किन्ने डिस्टेंस से हो गया a/√2 डिस्टेंस से। सिमिलरली हुण अगर मैं आ एटम की गल कर रही हूँ तो ये तो आ एटम का अगर आप डिस्टेंस देखिए मतलब अगर मैं रूम के देखा तो मैं उपर वाला जो टॉप वाला एटम है सेंटर के पिया उहदे तो इधर वाला जो मिड ते एटम पिया आ उहदा डिस्टेंस देखा तो हुण देखो अगर आ टोटल मेरी ए हैगी है, मैं क्या ये फेस के सेंटर से पिया आ तो मतलब ये a/2 डिस्टेंस से पिया आ, ठीक है जी। उस तरह उपर वाले एटम की जेकर गल करिए तो वह भी किन्ने डिस्टेंस से आ a/2 डिस्टेंस से। मैं हुण इन्हां दोनों का डिस्टेंस कैलकुलेट करने की कोशिश कर रही हूँ कि आ वाले दोने एटम्स का अगर मैं डिस्टेंस कैलकुलेट करना होवे तो वह कितना आऊगा। तो अगर मैं डी की गल करा तो डी कितना आ गया अपने को आ a/2 है, a/2 का स्क्वायर प्लस a/2 का स्क्वायर दा अंडर रूट। तो यह कितना आ गया अपने को a²/4 प्लस a²/4। तो यह कितना आ गया 2a²/4। तो यदी वैल्यू कितनी आ गई a/2, ठीक है जी। हुण की कर आपां करन दी कोशिश की कर रहे हैगे आ, नहीं सॉरी 2 इट्स a/√2, ठीक है। तो हुण मेरे को जिहड़ा फेस के सेंटर ते एटम पिया आ 4 एटम कॉर्नरस वाले किन्ने डिस्टेंस से पे आ a/2 डिस्टेंस से पे आ। उस तरह जे मैं फेजिज की गल करा 4 फेजिज ने जिहड़े एटम अगेन किन्ने डिस्टेंस से पे आ a/√2 ते पे आ। अगर मैं आही यूनिट सैल की गल कर रही हूँ इस तो उपर मान लो कि ओ वाला एटम तो मैं जिहड़ा उपर अपने को कह रही है उपर वाले उहदे ते पिया हैगा छत के उत्ते जिहड़ा सेंटर च एटम पिया आ उहदे तो साइडां वाली, ठीक है। उपर वाले रूम के भी जिहड़े फेसिस के एटम पे होणगे वो भी किन्ने डिस्टेंस से होणगे a/2 डिस्टेंस से। मतलब 1 2 3 4 एटम तो आ हो गए, फिर जिहड़े फेसिस के सेंटर के पे 1 2 3 4 एटम आ हो गए। तो अगर मैं उपर वाला एक एटम ड्रॉ करा तो 4 एटम ही वो फेसिस से पे होणगे। तो टोटल अपना कोआर्डीनेशन नंबर कितना हो गया 4 × 3 = 12। ओके जी। तो आप जोड़ा है कोआर्डीनेशन नंबर जो फेस सेंटर क्यूबिक की गल कर रहे हैं वो कितना आ रहा अपने को 12। तो अगेन आ ऑप्शन भी सही नहीं हैगी। हुण जिहड़ा हैगा डायमंड क्यूबिक, डायमंड क्यूबिक नूं अगर मैं तुहानूं समझाउण की कोशिश करा तो डायमंड क्यूबिक दे विच की हुंदा आ पिछे आपां कीता आ कि बॉडी सेंटर दे विच डायगनल ते एक एटम हुंदा आ, बट जिहड़ा डायमंड क्यूबिक हुंदा आ उहदे विच की है डायगनल दे विच जिहड़ा हैगा अगर मैं आ किसी एटम का बॉडी डायगनल ड्रॉ कर रही हूँ तो एक एटम इत्थे पिया होगा, एक एटम इत्थे पिया होगा। तो आप टोटल किन्ने बॉडी डायगनल ड्रॉ कर सकते हैं किसी भी सैल दे विच। तो देखा जाए एक डायगनल, ठीक है, 2 डायगनल। तो इन्हां जिहड़े डायगनल्स हैगे आ इन्हां डायगनल्स दे उत्ते की पिया हैगा अपने कोले √3/2 डिस्टेंस से 2 एटम्स पे। हुण जिहड़ा ये वाला एटम हैगा आ
ਆਪਾਂ ਹੁਣ ਇਹ ਵਾਲੇ ਐਟਮ ਤੋਂ ਅਗਰ ਮੈਂ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਾਂ ਕਿ ਮੇਰੇ ਕੋਲੇ ਆਸ-ਪਾਸ ਦੇ ਜਿਹੜੇ ਹੈਗੇ ਆ ਕਿੰਨੇ ਜਿਹੜੇ ਹੈਗੇ ਆ ਐਟਮਸ ਪਏ ਆ, ਅਗਰ ਮੈਂ ਦੇਖਾਂ ਇੱਥੇ ਮੇਰੇ ਕੋਲ ਐਟਮ ਪਿਆ ਆ, ਠੀਕ ਹੈ, ਉੱਪਰ 2 3, ਤਾਂ ਜਿਹੜੇ 3 ਤੇ ਹੈਗੇ ਆ ਟੋਟਲ ਇੱਕ ਜਿਹੜਾ ਕਾਰਨਰ ਤੇ ਪਿਆ ਆ, ਤਾਂ ਜਿਹੜੇ 4 ਐਟਮ ਹੈਗੇ ਆ ਮਤਲਬ ਇੱਥੇ ਮੇਰੇ ਕੋਲ ਐਟਮ ਪਿਆ ਆ, ਇਹਦੇ ਮੈਂ ਆਸ-ਪਾਸ ਦੇਖ ਰਹੀ ਹਾਂ 1 ਐਟਮ 2 ਐਟਮ 3 ਜਹਾਂ ਜਿਹੜਾ ਛੱਤ ਤੇ ਪਿਆ ਆ ਤੇ 4 ਐਟਮ। ਤਾਂ ਬੋਡੀ ਡਾਇਗਨਲ ਦੇ ਕੇਸਿਸ ਦੇ ਵਿੱਚ ਉਹ ਚੀਜ਼ ਕਿੰਨੀ ਹੋ ਜਾਂਦੀ ਹੈ, ਸੌਰੀ ਡਾਇਮੰਡ ਦੇ ਕੇਸ ਦੇ ਵਿੱਚ ਉਹ ਚੀਜ਼ ਕਿੰਨੀ ਹੋ ਜਾਂਦੀ ਹੈ ਆਪਣੇ ਕੋਲੇ 4। ਹੈਗਜ਼ਾਗਨਲ ਕਲੋਜ਼ਡ ਪੈਕ, ਤਾਂ ਹੈਗਜ਼ਾਗਨਲ ਦੀ ਅਗਰ ਆਪਾਂ ਸਟਰਕਚਰ ਨੂੰ ਦੇਖੀਏ ਤਾਂ ਹੈਗਜ਼ਾਗਨਲ ਦੀ ਸਟਰਕਚਰ ਥੋੜੀ ਜਿਹੀ ਡਿਫਰੈਂਟ ਹੁੰਦੀ ਹੈ ਕਿਊਬਸ ਦੇ ਨਾਲੋਂ। ਆਪਾਂ ਨੂੰ ਪਤਾ ਹੈ ਕਿ ਹੈਗਜ਼ਾਗਨ ਦੇ ਵਿੱਚ ਆਪਣੇ ਕੋਲੇ ਨਾਮ ਤੋਂ ਜਿੱਦਾਂ ਕਲੀਅਰ ਹੋ ਗਿਆ, ਆਪਣੇ ਕੋਲੇ ਪਹਿਲੀ ਗੱਲ ਤਾਂ 6 ਐਟਮਸ ਦਾ ਜਿਹੜਾ ਹੈਗਾ ਇੱਕ ਹੈਗਜ਼ਾਗਨ ਬਣੂਗਾ, ਠੀਕ ਹੈ। ਕੁਛ ਇਸ ਤਰ੍ਹਾਂ ਦੀ ਹੈਗਜ਼ਾਗਨ ਦੀ ਸਟਰਕਚਰ ਹੋਊਗੀ ਆਪਣੇ ਕੋਲੇ, ਠੀਕ ਹੈ। ਇਹਦੇ ਇੱਕ ਸੈਂਟਰ ਦੇ ਉੱਤੇ ਐਟਮ ਪਿਆ ਆ, ਠੀਕ ਹੈ। ਉਸ ਤੋਂ ਬਾਅਦ ਕੀ ਹੈ, ਅਗਰ ਮੈਂ ਇਸ ਹੈਗਜ਼ਾਗਨ ਨੂੰ ਨੀਚੇ ਲੈ ਕੇ ਜਾਵਾਂ ਤਾਂ ਸਿਮਿਲਰਲੀ ਕੁਛ ਮੇਰੇ ਕੋ ਇੱਕ ਮੰਨ ਲਓ ਇਸ ਜਗ੍ਹਾ ਦੇ ਉੱਤੇ ਆਪਣੇ ਕੋਲ ਐਟਮ ਹੈਗਾ ਆ, ਉਸੇ ਤਰ੍ਹਾਂ ਇੱਕ ਇਸ ਜਗ੍ਹਾ ਦੇ ਉੱਤੇ ਐਟਮ ਹੈਗਾ ਆ, ਸਿਮਿਲਰਲੀ 1 ਇਜ਼ ਹੀਅਰ ਐਂਡ ਹੀਅਰ, ਉਸੇ ਤਰ੍ਹਾਂ ਇਹਦੇ ਨੀਚੇ। ਤਾਂ ਕੁਛ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਆਪਣੇ ਕੋਲੇ ਸਟਰਕਚਰ ਹੁੰਦੀ ਆ। ਫਿਰ ਜਿਹੜੇ ਸੈਂਟਰ ਹੈਗਾ ਹੈਗਜ਼ਾਗਨ ਦਾ, ਇਹਦੇ ਵਿੱਚ ਵੀ ਆਪਣੇ ਕੋਲ ਇੱਥੇ 3 ਐਟਮਸ ਹੁੰਦੇ ਆ, ਕੁਛ ਇਸ ਤਰ੍ਹਾਂ ਕਰਕੇ। ਉਸੇ ਤਰ੍ਹਾਂ ਉੱਪਰ ਵਾਲੇ ਜੇ ਮੈਂ ਕਰ ਹੈਗਜ਼ਾਗਨ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਵੀ ਕੁਛ ਐਟਮ ਇਸ ਤਰ੍ਹਾਂ ਪਏ ਹੁੰਦੇ ਆ। ਓਕੇ, ਇਹ ਸੈਲਫ ਰਿਪੀਟਿੰਗ ਐਂਟਿਟੀ ਹੈਗੀ ਆ, 3 ਐਟਮ ਇੱਥੇ ਪਏ ਆ। ਤਾਂ ਹੁਣ ਜੇਕਰ ਮੈਂ ਸੈਂਟਰ ਵਾਲੇ ਐਟਮ ਦੇ ਨਾਲੋਂ ਸਾਰੇ ਐਟਮਸ ਦੇ ਡਿਸਟੈਂਸ ਨੂੰ ਕੈਲਕੂਲੇਟ ਕਰਨ ਦੀ ਕੋਸ਼ਿਸ਼ ਕਰਾਂ ਤਾਂ 1 2 3 4 5 6 7 8 9 10 11 ਤੇ 12, ਇਹ ਵਾਲੇ ਰਾਜੇ 12 ਐਟਮ ਜਿਹੜੇ ਹੈਗੇ ਆ ਆਹ ਵਾਲੇ ਐਟਮ ਤੋਂ ਇਕੁਅਲ ਡਿਸਟੈਂਸ ਦੇ ਹੁੰਦੇ ਆ, ਠੀਕ ਹੈ। ਇਹਦੇ ਮੈਥਮੈਟਿਕਸ ਅੱਜ ਨਹੀਂ ਜਾਵਾਂਗੇ ਆਪਾਂ, ਪਰ ਜਦੋਂ ਆਪਾਂ ਜਿਹੜਾ ਹੈਗਾ ਬਾਡੀ ਸੈਂਟਰਡ ਜਾਂ ਹੈਗਜ਼ਾਗਨਲ ਕਲੋਜ਼ ਪੈਕਿੰਗ ਨੂੰ ਡਿਸਕਸ ਕਰਾਂਗੇ ਉਸ ਟਾਈਮ ਜਿਹੜਾ ਹੈਗਾ ਇਹ ਵਾਲਾ ਡਿਸਟੈਂਸ ਪਲੱਸ ਜਿਹੜਾ ਹੈਗਾ ਕੋਆਰਡੀਨੇਸ਼ਨ ਨੰਬਰ ਜਿਹੜਾ ਹੈਗਾ ਉਹ ਕੈਲਕੂਲੇਟ ਕਰਾਂਗੇ। ਕੋਆਰਡੀਨੇਸ਼ਨ ਨੰਬਰ ਦੇ ਹਿਸਾਬ ਨਾਲ ਹੁਣ ਜੇਕਰ ਸੈਂਟਰ ਐਟਮ ਦੀ ਗੱਲ ਕਰਾਂ ਤਾਂ ਇਹਦੇ ਨੀਅਰੈਸਟ ਨੇਬਰ ਕਿੰਨੇ ਹੈਗੇ ਆਪਣੇ ਕੋਲੇ, 12 ਨੀਅਰੈਸਟ ਨੇਬਰ ਨੇ, ਠੀਕ ਹੈ। ਤਾਂ ਉਸ ਕੇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਕਿ ਹੈਗਜ਼ਾਗਨਲ ਜਿਹੜੀ ਹੈਗੀ ਆ ਕਲੋਜ਼ ਪੈਕਡ ਸਟਰਕਚਰ ਹੈਗੀ ਆ ਤਾਂ ਉਹਦਾ ਕੋਆਰਡੀਨੇਸ਼ਨ ਨੰਬਰ ਕਿੰਨਾ ਆ ਰਿਹਾ ਆ, 12 ਆ ਰਿਹਾ ਹੈ, ਠੀਕ ਹੈ। ਤਾਂ ਇਹ ਜਿਹੜਾ ਤੁਹਾਡਾ ਫਸਟ ਕੁਐਸਚਨ ਸੀਗਾ ਇਹਦੇ ਵਿੱਚੋਂ ਕੋਈ ਵੀ ਆਪਸ਼ਨ ਸਹੀ ਨਹੀਂ ਹੈਗੀ ਸੀਗੀ, ਠੀਕ ਹੈ। ਸਾਰੀਆਂ ਆਪਸ਼ਨਸ ਜਿਹੜੀਆਂ ਹੈਗੀਆਂ ਆਪਾਂ ਉਹਨਾਂ ਦੇ ਕੋਆਰਡੀਨੇਸ਼ਨ ਨੰਬਰ ਦੇਖੇ ਆ। ਉਸ ਤੋਂ ਬਾਅਦ ਲੈਟਸ ਮੂਵ ਟੂ ਦਾ ਨੈਕਸਟ ਕੁਐਸਚਨ। ਓਕੇ, ਸੋ ਉਹ ਕਹਿੰਦੇ ਰਿਪੀਟੇਬਲ ਐਂਟਿਟੀ ਆਫ ਅ ਕ੍ਰਿਸਟਲ ਸਟਰਕਚਰ, ਕਿਸੇ ਵੀ ਕ੍ਰਿਸਟਲ ਸਟਰਕਚਰ ਦੀ ਕੋਈ ਰਿਪੀਟੇਬਲ ਐਂਟਿਟੀ। ਰਿਪੀਟੇਬਲ ਐਂਟਿਟੀ ਮਤਲਬ ਕੋਈ ਵੀ ਚੀਜ਼ ਜਿਹੜੀ ਸੈਲਫ ਰਿਪੀਟ ਕਰ ਰਹੀ ਆ ਆਪਣੇ ਆਪ ਨੂੰ ਕ੍ਰਿਸਟਲ ਸਟਰਕਚਰ ਦੇ ਵਿੱਚ। ਆਪਾਂ ਨੂੰ ਪਤਾ ਆ ਕੋਈ ਵੀ ਜਿਹੜਾ ਕ੍ਰਿਸਟਲ ਹੈਗਾ ਆ, ਹੁਣ ਦੇਖੋ ਕ੍ਰਿਸਟਲ ਸਟਰਕਚਰ ਦੀ ਜਿਹੜੀ ਹੈਗੀ ਆ ਆਪਾਂ ਰਿਪੀਟੇਬਲ ਐਂਟਿਟੀ ਦੀ ਗੱਲ ਕਰ ਰਹੇ ਹਾਂ, ਠੀਕ ਹੈ। ਤਾਂ ਹੁਣ ਸਭ ਤੋਂ ਪਹਿਲਾਂ ਆ ਗਈ ਉਹ ਕਹਿੰਦੇ ਕ੍ਰਿਸਟਲ। ਤਾਂ ਆਪਾਂ ਹੁਣੇ ਡਿਸਕਸ ਕੀਤਾ ਆ ਕਿ ਇੱਕ ਬੇਸਿਕ ਯੂਨਿਟ ਸੈੱਲ ਹੁੰਦਾ ਆ ਜਿਹੜਾ ਕਿ ਆਪਣੇ ਆਪ ਨੂੰ ਰਿਪੀਟ ਕਰਦਾ ਰਹਿੰਦਾ ਕਿਸੇ ਵੀ ਸਟਰਕਚਰ ਦੇ ਵਿੱਚ। ਤਾਂ ਜੇਕਰ ਮੈਂ ਕਹਾਂ ਤਾਂ ਆ ਜਿਹੜਾ ਹੈਗਾ ਸਿੰਪਲ ਕਿਊਬਿਕ ਸੈੱਲ ਹੈਗਾ ਆ, ਕਿਸੇ ਵੀ ਕ੍ਰਿਸਟਲ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਟਰਕਚਰ ਹੁੰਦੀ ਹੈ ਜਿਹੜੀ ਕਿ ਆਪਣੇ ਆਪ ਨੂੰ ਸੈਲਫ ਰਿਪੀਟ ਕਰਦੀ ਰਹਿੰਦੀ ਹੈ। ਤਾਂ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਉਹਦਾ ਨਾਮ ਕੀ ਹੈਗਾ, ਯੂਨਿਟ ਸੈੱਲ, ਠੀਕ ਹੈ ਰਾਜੇ। ਉਸ ਤੋਂ ਬਾਅਦ ਲੈਟਿਸ ਦੀ ਅਗਰ ਆਪਾਂ ਗੱਲ, ਕ੍ਰਿਸਟਲ ਦੀ ਅਗਰ ਆਪਾਂ ਗੱਲ ਕਰੀਏ, ਕ੍ਰਿਸਟਲ ਕੀ ਹੋ ਗਿਆ, ਕੋਈ ਇਹੋ ਜਿਹਾ ਐਟਮ ਜਾਂ ਫਿਰ ਮੈਂ ਕਹਾਂ ਕੋਈ ਇਹੋ ਜਿਹਾ ਸਬਸਟੈਂਸ ਜਿਹਦੇ ਵਿੱਚ ਜੇਕਰ ਮੈਂ ਪ੍ਰੋਪਰਟੀਜ਼ ਨੂੰ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂ ਤਾਂ ਉਹ ਜਿਹੜੀਆਂ ਹੈਗੀਆਂ ਸੈਲਫ ਰਿਪੀਟਿੰਗ ਹੁੰਦੀਆਂ ਨੇ। ਤਾਂ ਮਤਲਬ ਇੱਕ ਫਾਈਨਾਈਟ ਡਿਸਟੈਂਸ ਤੋਂ ਬਾਅਦ ਅਗਰ ਮੈਂ ਇਹਦੇ ਵਿੱਚ ਵੀ ਗੱਲ ਕਰਾਂ ਤਾਂ ਸੈਕਿੰਡ ਜਿਹੜਾ ਹੈਗਾ ਕੁਝ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਐਟਮ ਆਪਣੇ ਕੋਲੇ ਪਏ ਹੋਣਗੇ, ਹੈ ਨਾ। ਤਾਂ ਉਹ ਕੀ ਕਰ ਰਹੇ ਹੈਗੇ ਆ, ਇੱਕ ਫਾਈਨਾਈਟ ਡਿਸਟੈਂਸ ਤੋਂ ਬਾਅਦ ਉਸੇ ਚੀਜ਼ ਨੂੰ ਰਿਪੀਟ ਹੋ ਰਹੀ ਹੈਗੀ ਸੈਲਫ। ਜਿਵੇਂ ਇਹਦੇ ਤੋਂ ਬਾਅਦ ਨੈਕਸਟ ਐਟਮ ਆਪਣੇ ਕੋਲ ਇੱਥੇ ਆ ਗਿਆ, ਸੇਮ ਡਿਸਟੈਂਸ 'ਤੇ ਪਏ ਆ। ਤਾਂ ਆਹ ਚੀਜ਼ ਕੀ ਹੈਗੀ ਆ, ਅਗਰ ਮੈਂ ਦੇਖਾਂ ਤਾਂ ਇੱਥੇ ਕੀ ਹੋ ਰਿਹਾ ਆ, ਇਹ ਸਟਰਕਚਰ ਮੇਰੇ ਕੋਲੇ ਸੈਲਫ ਰੈਪੀਟੇਟਿਵ ਹੋ ਰਹੀ ਆ। ਇਹਨੂੰ ਆਪਾਂ ਕਹਿ ਦਿੰਦੇ ਆ ਕ੍ਰਿਸਟਲ, ਕਿ ਜਿਹਦੇ ਵਿੱਚ ਜਿਹੜੇ ਹੈਗੇ ਆ ਸੇਮ ਨੰਬਰ ਆਫ ਡਿਸਟੈਂਸਿਸ 'ਤੇ ਆਪਣੇ ਕੋਲੇ ਐਟਮਸ ਪਏ ਹੈਗੇ ਆ।
तो वो चीज़ की हैगी आ सैल्फ रैपीटेटिव है, तो वो की हो गया अपने को यूनिट सैल। लैटिस राजे की हुंदा आ ਜਿਹੜੇ ਐਟਮਸ ਪਏ ਹੈਗੇ ਆ, ਐਟਮਸ ਦੀ ਪੋਜੀਸ਼ਨ ਜਿਹੜੀ ਹੈਗੀ ਆ ਫਾਈਨਾਈਟ ਡਿਸਟੈਂਸ ਦੇ ਉੱਤੇ ਅਗਰ ਆਪਣੇ ਕੋਲ ਐਟਮ ਪਏ ਆ ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਆ, ਲੈਟਿਸ ਕਹਿ ਦਿੰਦੇ ਆ। ਠੀਕ ਹੈ, ਤਾਂ ਆ ਜਿਹੜੇ ਪੁਆਇੰਟਸ ਮੈਂ ਡਰਾ ਕੀਤੇ ਆ ਉਹ ਆਈ ਵਾਲੇ ਐਟਮਸ ਨੇ। ਠੀਕ ਹੈ, ਤਾਂ ਇਹਨਾਂ ਨੂੰ ਕੀ ਕਹਿ ਦਿੰਦੇ ਹੈਗੇ ਆਪਾਂ, ਲੈਟਿਸ ਪੁਆਇੰਟਸ। ਪੁਆਇੰਟਸ ਰਾਜੇ ਇੱਥੇ ਸ਼ਬਦ ਜਿਹੜਾ ਹੈਗਾ ਡੋਨੇਟ ਕਰਦਾ ਆ, ਤੁਹਾਡੇ ਐਟਮਸ ਹੋ ਸਕਦੇ ਆ, ਉਹ ਤੁਹਾਡੇ ਆਇਨਸ ਹੋ ਸਕਦੇ ਆ। ਠੀਕ ਹੈ, ਤਾਂ ਇਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ, ਲੈਟਿਸ ਪੁਆਇੰਟਸ ਨੇ। ਉਸ ਤੋਂ ਬਾਅਦ ਮਿਲਰ ਇੰਡੀਸਿਸ। ਮਿਲਰ ਇੰਡੀਸਿਸ ਕੁਛ ਨਹੀਂ ਹੁੰਦੇ, ਮਿਲਰ ਇੰਡੀਸਿਸ ਆਪਾਂ ਨੂੰ ਦੱਸਦੇ ਹੈਗੇ ਆ ਕੋਈ ਸਪੈਸੀਫਿਕ ਪਲੇਨ ਇਹਦਾ, ਜਿੱਦਾਂ ਮੈਂ ਇਹਨੂੰ ਨਾਮ ਦੇ ਦਾਂ ਕਿ ਆ ਮੇਰਾ ਐਕਸ ਐਕਸਿਸ ਹੈ ਜੀ, ਆ ਮੇਰਾ ਵਾਈ ਐਕਸਿਸ ਹੈ, ਆ ਮੇਰਾ ਜ਼ੈਡ ਐਕਸਿਸ ਹੈਗਾ। ਤਾਂ ਜਦੋਂ ਮੈਂ ਕੋਈ ਵੀ ਐਕਸ-ਰੇ ਡਾਇਫ੍ਰੈਕਸ਼ਨ ਜਾਂ ਕਿਸੇ ਵੀ ਤਰ੍ਹਾਂ ਦੀ ਸਟੱਡੀ ਕਰ ਰਹੀ ਹਾਂ ਤਾਂ ਮੈਂ ਅਗਰ ਐਸੇ ਪਲੇਨ ਦੇ ਵਿੱਚ ਕਰਨੀ ਹੈਗੀ ਆ ਤਾਂ ਇਹਨੂੰ ਕੀ ਕਹਿ ਦਿੰਦੀ ਹਾਂ ਮੈਂ, ਮਿਲਰ ਇੰਡੀਸਿਸ ਦੇ ਨਾਲ ਇਹ ਕਿਹੜਾ ਪਲੇਨ ਬਣਿਆ ਹੋਇਆ ਹੈ, ਐਕਸ ਵਾਈ ਪਲੇਨ ਹੈ, ਐਕਸ ਜ਼ੈਡ ਪਲੇਨ ਹੈਗਾ। ਤਾਂ ਇੰਡੀਸਿਸ ਆਪਾਂ ਨੂੰ ਕੀ ਦੱਸਦੇ ਆ ਕਿ ਇਹ ਕਿਹੜੇ ਪਲੇਨ 'ਚ ਹੋ ਰਹੀ ਆ। ਅਗਰ ਮੈਂ ਇਸ ਪਲੇਨ ਜੇਕਰ ਮੈਂ ਆਹ ਪੁਆਇੰਟ ਦੀ ਗੱਲ ਕਰਾਂ ਤਾਂ ਆਹ ਪੁਆਇੰਟ ਦੇ ਵਿੱਚ ਆਪਣੇ ਕੋਲ ਐਕਸ ਦੀ ਕੋਈ ਫਾਈਨਾਈਟ ਵੈਲਿਊ ਹੈਗੀ ਆ, ਜ਼ੈਡ ਦੀ ਕੋਈ ਫਾਈਨਾਈਟ ਵੈਲਿਊ ਹੈਗੀ ਆ, ਪਰ ਇੱਥੇ ਵਾਈ ਕੀ ਹੈਗਾ ਆ, ਵਾਈ 0 ਹੈਗਾ। ਠੀਕ ਹੈ, ਤਾਂ ਇਹ ਕੀ ਹੈਗਾ, ਇੱਕ ਪੁਆਇੰਟਸ ਦੱਸਦਾ ਹੈਗਾ ਕਿ ਕਿਸ ਪਲੇਨ ਦੇ ਵਿੱਚ ਆਪਣੇ ਕੋਲੇ ਸਟੱਡੀ ਹੋ ਰਹੀ ਹੈ ਜਾਂ ਕਿਹੜਾ ਪਲੇਨ ਹੈਗਾ ਗਿਵਨ ਸਟਰਕਚਰ ਦੇ ਲਈ। ਤਾਂ ਜਿਹੜਾ ਆਪਾਂ ਰਿਪੀਟੇਬਲ ਐਂਟੀਟੀ ਦੀ ਗੱਲ ਕਰ ਰਹੇ ਹਾਂ ਉਹ ਕੀ ਹੋ ਗਈ ਆਪਣੇ ਕੋਲੇ ਜੀ, ਯੂਨਿਟ ਸੈਲ। ਓਕੇ, ਅੱਗੇ ਕੀ ਆ ਗਿਆ, ਬ੍ਰੈਵਿਸ ਲੈਟਿਸ ਕੰਸਿਸਟ ਆਫ ਕਿੰਨੇ ਸਪੇਸ ਲੈਟਿਸਿਸ। ਬ੍ਰੈਵਿਸ ਲੈਟਿਸ ਆਪਾਂ ਨੂੰ ਦੱਸਦਾ ਆ ਕਿ ਆਪਾਂ ਟੋਟਲ ਕ੍ਰਿਸਟਲ ਸਟਰਕਚਰਸ ਨੂੰ ਕਿੰਨੇ ਕੇਸਿਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਉਹ ਤੁਹਾਡਾ ਮੋਨੋਕਲੀਨਿਕ ਹੋ ਸਕਦੀ ਆ, ਉਹ ਤੁਹਾਡੀ ਟ੍ਰਾਈਕਲੀਨਿਕ ਹੋ ਸਕਦੀ ਆ, ਉਹ ਤੁਹਾਡੀ ਹੈਗਜ਼ਾਗਨਲ ਹੋ ਸਕਦੀ ਆ, ਆਕਟਾਗਨਲ ਹੋ ਸਕਦੀ ਹੈ। ਤਾਂ ਟੋਟਲ ਆਪਣੇ ਕੋਲੇ ਸਿਸਟਮ ਦੇ ਵਿੱਚ 14 ਤਰ੍ਹਾਂ ਦੇ ਜਿਹੜੇ ਹੈਗੇ ਆ ਸਪੇਸ ਲੈਟਿਸਿਸ ਹੁੰਦੇ ਆ। ਬ੍ਰੈਵਿਸ ਲੈਟਿਸ ਦੇ ਅਗਰ ਉਹਨਾਂ ਨੇ ਪੁੱਛਿਆ ਹੈਗਾ ਕਿੰਨੇ ਸਪੇਸ ਲੈਟਿਸਿਸ ਤੋਂ ਬਣਿਆ ਆ ਤਾਂ ਇਹ 14 ਹੁੰਦੇ ਆ। ਇਹਨਾਂ ਦੀ ਡਿਟੇਲਡ ਸਟੱਡੀ ਜਿਹੜੀ ਹੈਗੀ ਆਪਾਂ ਕੋਰਸ ਦੇ ਵਿੱਚ ਕਰਾਂਗੇ। ਹਰ ਟਾਈਪ ਦੀ ਆਪਾਂ ਜਿਹੜੀ ਹੈਗੀ ਆ ਟਾਈਪ ਨੂੰ ਡਿਸਕਸ ਕਰਾਂਗੇ ਕਿ ਸਿੰਪਲ ਕਿਊਬਿਕ ਕੀ ਹੁੰਦਾ ਆ। ਜੇਕਰ ਮੈਂ ਸਿੰਪਲ ਕਿਊਬਿਕ ਨੂੰ ਸਟੱਡੀ ਕਰ ਰਹੀ ਹਾਂ ਤਾਂ ਮੈਂ ਆਹ ਰੂਮ ਦੀ ਗੱਲ ਕਰ ਰਹੀ ਹਾਂ, ਹੈ ਨਾ। ਇੱਕ ਕਿਊਬ ਦੀਆਂ ਪ੍ਰੋਪਰਟੀਜ਼ ਕੀ ਹੈਗੀਆਂ ਕਿ ਮੰਨ ਲਓ ਐਕਸ ਐਕਸਿਸ ਦੇ ਅਲੋਂਗ ਮੈਂ ਇਹਦੀ ਜਿਹੜੀ ਹੈਗੀ ਆ, ਲੈਟ ਅਸ ਸੇ ਕਿ ਆ ਮੇਰਾ ਐਕਸ ਐਕਸਿਸ ਹੈ, ਆ ਮੇਰਾ ਵਾਈ ਐਕਸਿਸ ਆ ਮੇਰਾ ਜ਼ੈਡ ਐਕਸਿਸ ਹੈ। ਤਾਂ ਮੈਂ ਕੀ ਕਰਦੀ ਹਾਂ, ਐਕਸ ਦੇ ਅਲੋਂਗ ਜਿਹੜਾ ਡਿਸਟੈਂਸ ਹੈਗਾ ਉਹ ਏ ਹੈ, ਵਾਈ ਦੇ ਅਲੋਂਗ ਉਹ ਡਿਸਟੈਂਸ ਬੀ ਹੈ, ਜ਼ੈਡ ਦੇ ਅਲੋਂਗ ਉਹ ਡਿਸਟੈਂਸ ਸੀ ਹੈ। ਲੈਟ ਅਸ ਸਪੋਜ਼ ਕ੍ਰਿਸਟਲ ਜੇਕਰ ਆਪਾਂ ਕਿਊਬਿਕ ਦੀ ਗੱਲ ਕਰ ਰਹੇ ਹਾਂ ਤਾਂ ਸਾਨੂੰ ਪਤਾ ਆ A = B = C। ਤਾਂ ਮਤਲਬ ਜਿਹੜੀਆਂ ਸਾਰੀਆਂ ਸਾਈਡਸ ਹੁੰਦੀਆਂ ਨੇ ਕਿਊਬ ਦੇ ਵਿੱਚ ਉਹ ਕੀ ਹੁੰਦੀਆਂ ਨੇ, ਸੇਮ ਹੁੰਦੀਆਂ ਨੇ। ਉਸੇ ਤਰ੍ਹਾਂ ਅਗਰ ਮੈਂ ਇਹਦੇ 'ਚ ਐਂਗਲ ਦੀ ਗੱਲ ਕਰਾਂ, ਅਲਫਾ = ਬੀਟਾ = ਗਾਮਾ = 90 ਡਿਗਰੀ। ਤਾਂ ਹਰ ਜਿਹੜਾ ਐਂਗਲ ਹੈਗਾ ਆ ਉਹ ਕਿੰਨਾ ਹੈ ਇਹਨਾਂ ਕੇਸਿਸ ਦੇ ਵਿੱਚ 90 ਡਿਗਰੀ ਦਾ ਆ। ਉਸੇ ਤਰ੍ਹਾਂ ਸਿੰਪਲ ਕਿਊਬਿਕ ਹੋ ਗਿਆ, ਟੈਟਰਾਗਨਲ ਹੋ ਗਿਆ, ਜਿਹੜੇ ਹੈਗੇ ਆ ਆਰਥੋਗਨਲ ਹੋ ਗਿਆ। ਤਾਂ ਉਹ ਸਾਰਿਆਂ ਦੀ ਸਟੱਡੀ ਜਿਹੜੀ ਹੈਗੀ ਆਪਾਂ ਕੋਰਸ ਦੇ ਵਿੱਚ ਕੰਟੀਨਿਊ ਕਰਾਂਗੇ। ਬਟ ਫॉर द टाइम बीइंग आई नीड यू टू रिमेंबर कि ਆਪਣੇ ਕੋਲੇ ਟੋਟਲ ਬ੍ਰੈਵਿਸ ਲੈਟਿਸ ਜਿਹੜੇ ਹੈਗੇ ਆ 14 ਤਰ੍ਹਾਂ ਦੇ ਜਿਹੜੇ ਹੈਗੇ ਆ ਉਹਦੇ 'ਚ ਸਪੇਸ ਲੈਟਿਸਿਸ ਹੁੰਦੇ ਨੇ। ਠੀਕ ਹੈ, ਅਤੇ ਹਰ ਇੱਕ ਟਾਈਪ ਦੀਆਂ ਗਾਹਾਂ ਸਬ ਟਾਈਪਸ ਹੁੰਦੀਆਂ ਨੇ। ਠੀਕ ਹੈ, ਐਂਗਲ ਕਿੰਨਾ ਚੇਂਜ ਹੋਊਗਾ, ਕਈਆਂ ਦੇ ਵਿੱਚ ਐਂਗਲ 90 ਡਿਗਰੀ ਆ, ਕਈਆਂ ਦੇ ਵਿੱਚ 120 ਡਿਗਰੀ ਹੈਗਾ। ਤਾਂ ਉਹ ਸਾਰੀ ਸਟੱਡੀ ਜਿਹੜੀ ਹੈਗੀ ਆ ਆਪਾਂ ਆਪਦੇ ਕੋਰਸ ਦੇ ਥਰੂ ਆਊਟ ਕੰਟੀਨਿਊ ਕਰਾਂਗੇ। ਉਸ ਤੋਂ ਬਾਅਦ ਆ ਗਿਆ ਨੈਕਸਟ ਕੁਐਸਚਨ। ਉਹ ਕਹਿੰਦੇ ਦੀ ਆਇਨਾਈਜੇਸ਼ਨ ਐਨਰਜੀ ਆਫ ਹਾਈਡਰੋਜਨ ਐਟਮ। ਆਇਨਾਈਜ਼ ਕਰਨ ਦਾ ਕੀ ਮਤਲਬ ਹੈ? ਸਭ ਤੋਂ ਪਹਿਲਾਂ ਤਾਂ ਐਨਰਜੀ ਕੈਲਕੂਲੇਟ ਕਰਨ ਤੋਂ ਪਹਿਲਾਂ ਸਾਨੂੰ ਇਹ ਧਿਆਨ 'ਚ ਰੱਖਣਾ ਪਊਗਾ ਕਿ ਆਇਨਾਈਜੇਸ਼ਨ ਹੁੰਦੀ ਕੀ ਹੈ। ਤਾਂ ਕਿਸੇ ਵੀ ਐਟਮ ਦੇ ਵਿੱਚੋਂ ਜਦੋਂ ਆਪਾਂ ਇੱਕ ਇਲੈਕਟ੍ਰੋਨ ਨੂੰ ਬਾਹਰ ਕੱਢ ਦਿੰਦੇ ਹਾਂ ਤਾਂ ਉਸ ਟਾਈਮ ਕੀ ਆ, ਉਹਦੇ 'ਤੇ ਇੱਕ ਯੂਨਿਟ ਜਿਹੜਾ ਹੈਗਾ ਪੋਜ਼ੀਟਿਵ ਚਾਰਜ ਆ ਜਾਂਦਾ ਹੈ। ਮੰਨ ਲਓ ਮੈਂ ਹਾਈਡਰੋਜਨ ਦੀ ਗੱਲ ਕਰ ਰਹੀ ਹਾਂ ਤਾਂ ਹਾਈਡਰੋਜਨ ਐਟਮ ਦੇ ਵਿੱਚ ਸਾਨੂੰ ਪਤਾ ਆ ਸਾਡੇ ਕੋਲੇ ਇੱਕ ਪ੍ਰੋਟੋਨ ਹੁੰਦਾ ਆ ਅਤੇ ਮਤਲਬ ਸਾਡੇ ਕੋਲੇ ਇੱਕ ਹੀ ਕੀ ਹੋ ਗਿਆ ਉਸ ਕੇਸ ਦੇ ਵਿੱਚ, ਇਲੈਕਟ੍ਰੋਨ ਹੋ ਗਿਆ। ਤਾਂ ਆਇਨਾਈਜੇਸ਼ਨ ਐਨਰਜੀ ਆਫ ਹਾਈਡਰੋਜਨ ਐਟਮ ਦਾ ਮਤਲਬ ਹੈਗਾ ਆ ਕਿ ਜਿਹੜਾ ਆ ਇੱਕ ਇਲੈਕਟ੍ਰੋਨ ਹੈਗਾ ਆ ਇਹਨੂੰ ਮੈਂ ਸਿਸਟਮ 'ਚੋਂ ਬਿਲਕੁਲ ਬਾਹਰ ਕੱਢਦਾ। ਠੀਕ ਹੈ, ਤਾਂ ਉਸ ਐਟਮ ਦੇ ਵਿੱਚੋਂ ਜਿਹੜਾ ਹੈਗਾ ਇਲੈਕਟ੍ਰੋਨ ਨੂੰ ਬਾਹਰ ਕੱਢਣ ਵਾਸਤੇ ਆਪਾਂ ਨੂੰ ਕਿੰਨੀ ਐਨਰਜੀ ਦੇਣੀ ਪੈਣੀ ਆ, ਉਹਨੂੰ ਕੀ ਕਹਿ ਦਿੰਦੇ ਆਪਾਂ, ਆਇਨਾਈਜੇਸ਼ਨ ਐਨਰਜੀ ਆਫ ਹਾਈਡਰੋਜਨ ਐਟਮ। ਤਾਂ ਇਹਦੇ ਵਾਸਤੇ ਰਾਜੇ ਜਿਹੜਾ ਹੈਗਾ ਆਪਾਂ ਗੱਲ ਕਰੀਏ ਅਗਰ
सब तो पहला तो आप देखते हैं 1/λ कि कितनी वेव लेंथ हैगी है। बिकॉज देखो एनर्जी की होंगी आ E इज इक्वल्स टू H न्यू, राइट। इत्थे अगर मैं न्यू नू रिप्लेस करा E इज इक्वल्स टू HC डिवाइडेड बाय लैमडा, क्योंकि सानू पता है न्यू फ्रीकुएंसी की होंगी है C/λ। तो अगर मैं इत्थों लैमडा की वैल्यू किसी तरीके कैलकुलेट कर ला, आ प्लैंक्स कॉन्सटेंट है, स्पीड ऑफ लाइट है, आ दोनों कॉन्सटेंट ने, अगर मैनू लैमडा की वैल्यू फाइंड आउट करन दे विच मैं किसी तरीके मतलब लभ लैनी हूँ, तो उहदे नाल की हैगा आ मैं आयनाइजेशन एनर्जी नू कैलकुलेट कर सकती हूँ। तो सानू पता आ 1/λ इज इक्वल्स टू 1/ni² माइनस 1/nf दा स्क्वायर। NI की हैगा आ कित्थों स्टार्ट किया आ सिस्टम नू, NF की हैगा आ अपने कोले फाइनल स्टेट की हैगी है। इस केस दे विच अगर मैं देखा जाए तो मैनू चाहिए आ आयनाइज करना सिस्टम नू। आयनाइज करन दा मतलब हैगा कि मैं एक इलैक्ट्रॉन नू कढ़ना है, उन्होंने मैं सिस्टम चो कंप्लीटली बाहर कढ़ देना है। तो मतलब मैं उन्होंने कहां कि फाइनल जिहड़ा हैगा इनफाइनाइट डिस्टेंस से अगर मैं उन्होंने लै जावां, है ना। तो 1/nf की हो गया 1/इनफिनिटी। 1/इनफिनिटी सानू पता है कितनी वैल्यू होंगी है 0। NI की वैल्यू की होगी 1 फस्ट शैल दे विचों, ठीक है। तो इत्थे मैं अगर देखा तो मेरे को लैमडा की वैल्यू की आ रही है R दे इक्वल आ रही है। R की है अपने को रेडबर्ग कॉन्सटेंट। तो सानू पता है कि ये जिहड़ा हैगा सानू इस रेडबर्ग कॉन्सटेंट की इत्थे आपां वैल्यू रिप्लेस करांगे, तो उस तो बाद जिहड़ा हैगा आ फॉर्मूले की हैल्प दे नाल आपां की करांगे कैलकुलेट करांगे आयनाइजेशन एनर्जी नू। कॉन्सटेंट इहदी वैल्यू कितनी होंदी है 1.097 × 10⁻7 मीटरस, ठीक है जी। इस फॉर्मूले दे विच आपां इस वैल्यू नू रिप्लेस करते हैं। तो अपने को रेडबर्ग कॉन्सटेंट की वैल्यू कितनी आ गई 1.097 × 10⁻7। सिमिलरली ई की वैल्यू आपां की कड्ढी हैगी आ HC/λ। तो आपां नू पता आ 1/λ अपने को काहदे इक्वल आया आ रेडबर्ग कॉन्सटेंट के इक्वल आया। तो इत्थे आपां वैल्यूज रिप्लेस करते हैं। H की हैगा आ प्लैंक्स कॉन्सटेंट, तो कितना होंदा 6.63 × 10⁻34 इंटू C स्पीड ऑफ लाइट 3 × 10⁸ डिवाइडेड बाय 1/λ। 1/λ की वैल्यू कितनी आ रही है अपने को रेडबर्ग कॉन्सटेंट जिन्नी 1.097 × 10⁻7 डिवाइडेड बाय इलैक्ट्रॉन वोल्ट दे विच आपां नूं चाहिदी हैगी है दी वैल्यू चाहिदी है, क्योंकि अगर -, आपां काहदे विच कैलकुलेट कर रहे हैगे -19, ठीक है। तो 1.6 × 10⁻⁻19 उस तो बाद की करने की कोशिश करांगे आपां कैलकुलेट करने की कोशिश करांगे ये सारियां वैल्यूज़ नूं, ठीक है जी। तो आ 19 ऊपर जाके अपने को प्लस दे हो गए, तो 10⁻⁻ कितना हो गया 8 + 7 + 19 -34 आ वाला 8 7 तो 19 जो ऊपर जाऊगा वो काहदे हो जाऊगा अपने को प्लस दे विच हो जाऊगा। तो आ वैल्यू कितनी आ गई कैलकुलेट करांगे 8 7 19 15 25 34 -34, ठीक है। पिछे रह गया अपने को 6.63 × 3 × 1.09 डिवाइडेड बाय 1.6। ओके, लेट्स मूव टू द कैलकुलेटर। तो अपने को की वैल्यूज़ आ रही ने, अपने को वैल्यूज़ है 6.63 × 3 × 1.09। तो आप क्या 6.63 × 3 × 1.09 इज इक्वल्स टू डिवाइडेड बाय 1.6, ठीक है राजे। तो ये आ गई 13.55, ठीक है 556। तो इनू आप की लिख लैने होने आ, तो ये चीज़ आप लिखी जाती है अप्रॉक्सीमेटली 13.6, ठीक है। तो अपने को ऑप्शनस दे विच की सीगा, अपने को ऑप्शनस दे विच सीगियां इहदियां वैल्यूज़। तो ये की हैगी 13.6 इलैक्ट्रॉन वोल्ट, ठीक है जी।
ਤਾਂ ਆਪਾਂ ਮੈਗਾ ਇਲੈਕਟ੍ਰੋਨ ਵੋਲਟ, ਕਿਉਂਕਿ ਮੈਗਾ ਕਿਉਂ ਨਹੀਂ ਹੈਗਾ 10⁶ ਹੁੰਦਾ ਹੈ ਇਲੈਕਟ੍ਰੋਨ ਵੋਲਟਸ, ਤਾਂ ਆਪਾਂ ਉਹਨੂੰ ਜਿਹੜਾ ਹੈਗਾ ਇਲੈਕਟ੍ਰੋਨ ਵੋਲਟਸ ਦੇ ਵਿੱਚ ਕਨਵਰਟ ਕੀਤਾ ਆ, ਜਿਸ ਤੋਂ ਬਾਅਦ ਆਪਣੇ ਕੋਲ ਵੈਲਿਊ ਕਿੰਨੀ ਆਈ ਆ 13.55, ਜਿਹੜੀ ਕਿ ਅਪਰੋਕਸੀਮੇਟਲੀ ਇਕੁਅਲ ਹੋਗੀ 13.6 ਦੇ। ਤਾਂ ਇਹਦੀ ਵੈਲਿਊ ਕਿੰਨੀ ਆ ਗਈ ਆਪਣੇ ਕੋਲੇ 13.6 ਇਲੈਕਟ੍ਰੋਨ ਵੋਲਟ। ਤਾਂ ਇਹ ਜਿਹੜਾ ਹੈਗਾ ਆਪਣੇ ਕੋਲੇ ਪਰਫੈਕਟ ਆਨਸਰ ਕੀ ਆ ਰਿਹਾ ਇਸ ਕੁਐਸਚਨ ਦਾ 13.6 ਇਲੈਕਟ੍ਰੋਨ ਵੋਲਟ। ਓਕੇ ਜੀ, ਕਿਉਂਕਿ ਆਪਾਂ ਇਹਨੂੰ ਜਿਹੜਾ ਰਾਜੇ ਆਹ ਵਾਲੀ ਚੀਜ਼ ਕੀਤੀ ਗਈ ਹੈਗੀ ਆ, ਇਹਨੂੰ ਇਲੈਕਟ੍ਰੋਨ ਵੋਲਟਸ ਦੇ ਵਿੱਚ ਕਨਵਰਟ ਕਰਨ ਵਾਸਤੇ ਕੀਤੀ ਗਈ ਹੈ, ਠੀਕ ਹੈ। ਉਸ ਤੋਂ ਬਾਅਦ ਹੈ ਵਿਚ ਆਫ ਦੇ ਫੋਲੋਇੰਗ ਆਸੀਲੇਟਰਸ ਦਾ ਐਂਪਲੀਟਿਊਡ ਵੇਰੀਜ਼ ਵਿਦ ਟਾਈਮ। ਕਿਹੜੇ ਦੇ ਵਿੱਚ ਜਿਹੜਾ ਹੈਗਾ ਆਪਣੇ ਕੋਲੇ ਸਿਸਟਮ ਦੇ ਵਿੱਚ ਜਿਹੜਾ ਐਂਪਲੀਟਿਊਡ ਵੇਰੀ ਕਰਦਾ ਆ ਟਾਈਮ ਦੇ ਨਾਲ। ਤਾਂ ਸਾਨੂੰ ਪਤਾ ਆ ਸਭ ਤੋਂ ਪਹਿਲਾਂ ਉਹ ਕਹਿੰਦੇ ਅਨਡੈਂਪਡ ਆਸੀਲੇਸ਼ਨਸ। ਅਨਡੈਂਪਡ ਦਾ ਮਤਲਬ ਕੀ ਹੈ ਰਾਜੇ, ਜਿਹੜਾ ਇੱਥੇ ਡੈਂਪਿੰਗ ਵਰਡ ਹੈਗਾ ਆ, ਡੈਂਪ ਵਰਡ ਜਿਹੜਾ ਦਿਖਾਉਂਦਾ ਹੈਗਾ ਕਿਸੇ ਚੀਜ਼ ਦੇ ਐਂਪਲੀਟਿਊਡ ਦਾ ਰਿਡਿਊਸ ਕਰਨਾ, ਠੀਕ ਹੈ। ਸਾਨੂੰ ਪਤਾ ਆ ਸਿਸਟਮ ਦੀ એનર્ਜੀ ਕੀ ਹੁੰਦੀ ਆ ਐਂਪਲੀਟਿਊਡ ਦਾ ਸਕੁਆਇਰ, ਠੀਕ ਹੈ। ਐਂਪਲੀਟਿਊਡ ਕੀ ਦੱਸਦਾ ਹੈਗਾ ਆ ਕਿ ਉਹ ਚੀਜ਼ ਸਿਸਟਮ ਦੇ ਵਿੱਚ ਕਿੰਨੀ એનર્ਜੀ ਹੈਗੀ ਆ। ਤਾਂ ਕੋਈ ਵੀ ਇਹੋ ਜਿਹਾ ਸਿਸਟਮ ਜਿਹਦੇ ਵਿੱਚ એનર્ਜੀ ਜਿਹੜੀ ਹੈਗੀ ਆ ਟਾਈਮ ਦੇ ਨਾਲ ਬਿਲਕੁਲ ਚੇਂਜ ਨਹੀਂ ਹੋ ਰਹੀ, ਠੀਕ ਹੈ, ਜਿਹਦੇ ਐਂਪਲੀਟਿਊਡ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਚੇਂਜ ਨਹੀਂ ਆ ਰਿਹਾ, ਤਾਂ ਮਤਲਬ ਟਾਈਮ ਇਸ ਐਕਸਿਸ 'ਤੇ ਆਪਾਂ ਡਰਾ ਕਰਦੇ ਹੈਗੇ ਆ ਰਾਜੇ ਟਾਈਮ। ਆਹ ਚੀਜ਼ ਕੀ ਦੇ ਰਹੀ ਹੈਗੀ ਆ ਆਪਣੇ ਕੋਲੇ ਐਂਪਲੀਟਿਊਡ। ਤਾਂ ਕਿਸੇ ਵੀ ਸਿਸਟਮ ਦਾ ਅਗਰ ਐਂਪਲੀਟਿਊਡ ਟਾਈਮ ਦੇ ਨਾਲ ਚੇਂਜ ਨਹੀਂ ਹੋ ਰਿਹਾ ਤਾਂ ਉਹਨੂੰ ਕੀ ਕਹਿ ਦਿੰਦੇ ਹੈਗੇ ਆ ਆਪਾਂ ਅਨਡੈਂਪਡ ਆਸੀਲੇਟਰ। ਉਸ ਤੋਂ ਬਾਅਦ ਆ ਗਿਆ ਡੈਂਪਡ ਆਸੀਲੇਟਰ। ਡੈਂਪਡ ਆਸੀਲੇਟਰ ਜਨਰਲੀ ਸਾਈਨ ਦੇ ਫਾਰਮ ਦੇ ਵਿੱਚ ਹੁੰਦੇ ਨੇ। ਇਹਨਾਂ ਸਿਸਟਮ ਦੇ ਵਿੱਚ ਕੀ ਹੁੰਦਾ ਆ, ਜਦੋਂ ਮੇਰੇ ਕੋਲ ਜਿਹੜਾ ਐਂਪਲੀਟਿਊਡ ਹੈਗਾ ਆ ਉਹ ਟਾਈਮ ਦੇ ਨਾਲ ਡਿਕਲਾਈਨ ਕਰਦਾ ਜਾਂਦਾ ਆ, ਤਾਂ ਉਹਨੂੰ ਮੈਂ ਕਹਿ ਦਿੰਦੀ ਹੈਗੀ ਆ ਡੈਂਪਡ ਸਿਸਟਮ, ਠੀਕ ਹੈ। ਇੱਧਰ ਮੈਂ ਅਗੇਨ ਟਾਈਮ ਲੈ ਰਹੀ ਹੂੰ। ਆਹ ਚੀਜ਼ ਅਗਰ ਆਪਾਂ ਗੱਲ ਕਰੀਏ ਤਾਂ ਇਹ ਚੀਜ਼ ਕੀ ਹੈਗੀ ਆ ਆਪਣੇ ਕੋਲੇ ਐਂਪਲੀਟਿਊਡ। ਜਿੱਦਾਂ ਦੇਖੋ ਆਪਾਂ ਛੋਟੇ ਹੁੰਦੇ ਖੇਡਦੇ ਹੁੰਦੇ ਸੀ ਕਿ ਆਪਾਂ ਪਾਣੀ ਦੇ ਵਿੱਚ ਬੈਠ ਕੇ ਪੱਥਰ ਮਾਰਦੇ ਸੀ, ਉਹਦੇ ਨਾਲ ਕੀ ਹੁੰਦੀਆਂ ਸੀ ਰਿਪਲਸ ਜਨਰੇਟ ਹੁੰਦੀਆਂ ਸੀ ਪਾਣੀ ਦੇ ਵਿੱਚ। ਤਾਂ ਉਹ ਕੀ ਹੈਗੀਆਂ ਪਹਿਲਾਂ ਥੋੜ੍ਹੀਆਂ ਵੱਡੀਆਂ ਹੁੰਦੀਆਂ ਸੀ, ਹੌਲੀ ਹੌਲੀ ਜਾ ਕੇ ਉਹ ਛੋਟੀਆਂ ਹੁੰਦੀਆਂ ਜਾਂਦੀਆਂ ਸੀ ਅਤੇ ਅਲਟੀਮੇਟਲੀ ਜਿਹੜੀਆਂ ਖਤਮ ਹੋ ਜਾਂਦੀਆਂ ਨਹੀਂ ਸੀ। ਤਾਂ ਜਿਹੜਾ ਮੇਰਾ ਸਿਸਟਮ ਦੇ ਵਿੱਚ ਵੇਵ ਦਾ ਐਂਪਲੀਟਿਊਡ ਹੈਗਾ ਆ ਉਹ ਟਾਈਮ ਦੇ ਨਾਲ ਚੇਂਜ ਹੋ ਰਿਹਾ ਆ, ਉਹਨੂੰ ਮੈਂ ਕੀ ਕਹਿ ਰਹੀ ਹੂੰ ਡੈਂਪਡ ਆਸੀਲੇਟਰ, ਠੀਕ ਹੈ। ਫੋਰਸਡ ਆਸੀਲੇਟਰ ਜਿਹੜਾ ਹੈਗਾ ਇਹਦੇ ਵਿੱਚ ਵੀ ਐਂਪਲੀਟਿਊਡ ਚੇਂਜ ਨਹੀਂ ਹੁੰਦਾ। ਫੋਰਸ ਆਸੀਲੇਟਰ ਨੂੰ ਤੁਸੀਂ ਐਗਜ਼ਾਮਪਲ ਦੀ ਇਸ ਤਰ੍ਹਾਂ ਦੀ ਐਗਜ਼ਾਮਪਲ ਲੈ ਸਕਦੇ ਹੋ, ਜਿੱਦਾਂ ਬੱਚੇ ਹੈਗੇ ਆ ਨਾ, ਬੱਚੇ ਪੀਂਘ ਝੂਟਦੇ ਆ ਤਾਂ ਉਹ ਕੀ ਕਰਦੇ ਆ ਆਪਣੇ ਪੈਰਾਂ ਦੇ ਨਾਲ ਵਾਰ-ਵਾਰ ਫੋਰਸ ਲਗਾਉਂਦੇ ਰਹਿੰਦੇ ਆ ਤਾਂ ਕਿ ਜਿਹੜੀ ਉਹਨਾਂ ਦਾ ਐਂਪਲੀਟਿਊਡ ਹੈਗਾ ਆ ਸਿਸਟਮ ਦਾ ਉਹ ਸਮੇਂ ਦੇ ਨਾਲ ਨਾ ਘਟੇ, ਠੀਕ ਹੈ। ਤਾਂ ਉਸ ਕੇਸ ਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਆ ਫੋਰਸਡ ਆਸੀਲੇਟਰ। ਤਾਂ ਫੋਰਸਡ ਆਸੀਲੇਟਰ ਦੇ ਵਿੱਚ ਵੀ ਆਪਣੇ ਕੋਲ ਐਂਪਲੀਟਿਊਡ ਚੇਂਜ ਨਹੀਂ ਹੁੰਦਾ, ਠੀਕ ਹੈ। ਅਨਡੈਂਪਡ ਸਿਸਟਮ ਦੇ ਵਿੱਚ ਵੀ ਆਪਣੇ ਕੋਲ ਜਿਹੜਾ ਹੈਗਾ ਐਂਪਲੀਟਿਊਡ ਚੇਂਜ ਨਹੀਂ ਹੁੰਦਾ। ਔਨ ਦਾ ਅਦਰ ਹੈਂਡ ਜਿਹੜਾ ਡੈਂਪਡ ਆਸੀਲੇਟਰ ਹੈਗਾ ਉਹਦੇ ਵਿੱਚ ਕੀ ਹੋ ਰਿਹਾ ਆ, ਟਾਈਮ ਦੇ ਨਾਲ ਮੇਰਾ ਜਿਹੜਾ ਹੈਗਾ ਸਿਸਟਮ ਦੇ ਵਿੱਚ ਜਿਹੜੀ એનર્ਜੀ ਉਹ ਘਟ ਰਹੀ ਹੈ, ਮਤਲਬ ਆਪਣਾ ਐਂਪਲੀਟਿਊਡ ਕੀ ਹੋ ਰਿਹਾ ਹੈ ਡਿਕਲਾਈਨ ਹੋ ਰਿਹਾ ਆ। ਤਾਂ ਉਹਨਾਂ ਨੇ ਇਹੀ ਕਿਹਾ ਆ ਕਿ ਜਿਹਦੇ ਵਿੱਚ ਐਂਪਲੀਟਿਊਡ ਜਿਹੜਾ ਹੈਗਾ ਵੇਰੀ ਕਰ ਰਿਹਾ ਆ ਟਾਈਮ ਦੇ ਨਾਲ, ਤਾਂ ਉਹ ਕਿਸ ਤਰ੍ਹਾਂ ਦਾ ਸਿਸਟਮ ਹੈਗਾ ਆ ਆਪਣੇ ਕੋਲੇ, ਉਹ ਡੈਂਪਡ ਸਿਸਟਮ ਹੈਗਾ। ਓਕੇ, ਅੱਗੇ ਕੀ ਆ ਗਿਆ, ਵਿਚ ਆਫ ਦੀ ਫੋਲੋਇੰਗ ਡਜ਼ ਨਾਟ ਅਫੈਕਟ ਦੀ ਰੀਵਰਬੇਸ਼ਨ ਟਾਈਮ। ਰੀਵਰਬੇਸ਼ਨ ਟਾਈਮ ਕੀ ਹੁੰਦਾ ਆ ਰਾਜੇ, ਰੀਵਰਬੇਸ਼ਨ ਟਾਈਮ ਦੀ ਅਗਰ ਮੈਂ ਡੈਫੀਨੇਸ਼ਨ ਦੀ ਗੱਲ ਕਰਾਂ ਤਾਂ ਆਪਾਂ ਕਿਸੇ ਆਡੀਟੋਰੀਅਮ 'ਚ ਬੈਠੇ ਹਾਂ, ਠੀਕ ਹੈ। ਆਡੀਟੋਰੀਅਮ ਦੇ ਵਿੱਚ ਕੋਈ ਸਾਊਂਡ ਜਨਰੇਟ ਹੋ ਰਿਹਾ ਆ, ਉਹ ਸਾਊਂਡ ਕੀ ਹੈਗਾ ਕੁਛ ਟਾਈਮ ਬਾਅਦ ਉਹ ਸਾਊਂਡ ਹੌਲੀ ਹੌਲੀ ਘਟਦਾ ਜਾਂਦਾ ਹੈ ਅਤੇ ਅਲਟੀਮੇਟਲੀ ਉਹ ਖਤਮ ਹੋ ਜਾਂਦਾ ਹੈ। ਤਾਂ ਕਿਹੜੀਆਂ ਚੀਜ਼ਾਂ ਹੈਗੀਆਂ ਆ ਉਸ ਟਾਈਮ, ਕਿੰਨਾ ਟਾਈਮ ਦੇ ਵਿੱਚ ਉਹ ਬਿਲਕੁਲ ਖਤਮ ਹੋ ਜਾਊਗਾ, ਉਹਨੂੰ ਆਪਾਂ ਕਹਿ ਦਿੰਦੇ ਹਾਂ ਰੀਵਰਬੇਸ਼ਨ ਟਾਈਮ, ਠੀਕ ਹੈ। ਉਹ ਚੀਜ਼ ਕਾਹਦੇ 'ਤੇ ਡਿਪੈਂਡ ਕਰਦੀ ਹੈਗੀ ਆ, ਉਹ ਚੀਜ਼ ਮੇਰੇ ਕੋਲ ਜਿਹੜੀਆਂ ਡਾਇਮੈਂਸ਼ਨਸ ਹੈਗੀਆਂ ਆ ਉਸ ਪਰਟੀਕੂਲਰ ਆਡੀਟੋਰੀਅਮ ਦੀਆਂ, ਉਹਨਾਂ ਡਾਇਮੈਂਸ਼ਨਸ 'ਤੇ ਡਿਪੈਂਡ ਕਰਦੀ ਹੈ। ਕਿ ਮੰਨ ਲਓ ਮੈਂ ਆਡੀਟੋਰੀਅਮ ਦੇ ਵਿੱਚ ਬੈਠੀ ਹੂੰ, ਉਹਦੀ ਕੋਈ ਸਪੈਸੀਫਿਕ ਲੈਂਥ ਹੋਊਗੀ, ਉਹਦੀ ਕੋਈ ਸਪੈਸੀਫਿਕ ਹਾਈਟ ਹੋਊਗੀ, ਤਾਂ ਜਿੰਨੀਆਂ ਵੀ ਮੇਰੇ ਕੋਲ ਕਮਰੇ ਦੀਆਂ ਪ੍ਰੋਪਰਟੀਜ਼ ਨੇ ਅਗਰ ਮੈਂ ਕਹਾਂ, ਉਹਨਾਂ ਪ੍ਰੋਪਰਟੀਜ਼ ਦੇ ਚੇਂਜ ਹੋਣ ਨਾਲ ਜਿਹੜਾ ਹੈਗਾ ਮੇਰੇ ਕੋਲ ਰੀਵਰਬੇਸ਼ਨ ਟਾਈਮ ਜਿਹੜਾ ਹੈਗਾ ਉਹਦੇ 'ਤੇ ਅਸਰ ਪੈਂਦਾ ਆ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਤਾਂ ਉਹ ਕਹਿੰਦੇ ਸਾਈਜ਼ ਆਫ ਆਡੀਟੋਰੀਅਮ। ਤਾਂ ਸਾਈਜ਼ ਜਿਹੜਾ ਇੱਕ ਰੂਮ ਦੀ ਪ੍ਰੋਪਰਟੀ ਹੈਗੀ ਹੈ, ਠੀਕ ਹੈ ਜੀ। ਤਾਂ ਮਤਲਬ ਜੇ ਮੈਂ ਜਿੰਨਾ ਵੱਡਾ ਸਾਈਜ਼ ਕਰੂੰਗੀ ਜਾਂ ਜਿੰਨਾ ਮੈਂ ਛੋਟਾ ਸਾਈਜ਼ ਕਰੂੰਗੀ, ਉਹਦੇ ਨਾਲ ਜਿਹੜਾ ਮੇਰੇ ਕੋਲ ਰੀਵਰਬੇਸ਼ਨ ਟਾਈਮ ਜਿਹੜਾ ਹੈਗਾ ਉਹ ਵੇਰੀ ਕਰੂਗਾ। ਦੈਟ ਮੀਨਸ ਸਾਈਜ਼ 'ਤੇ ਦਾ ਚੀਜ਼ ਡੈਫੀਨੇਟਲੀ ਡਿਪੈਂਡ ਕਰਦੀ ਹੈ। ਸਾਈਜ਼ ਤੋਂ ਬਾਅਦ ਆ ਗਿਆ ਫਰੀਕੁਐਂਸੀ ਆਫ ਸਾਊਂਡ। ਹੁਣ ਦੇਖੋ ਆਹ ਚੀਜ਼ ਸਾਊਂਡ ਦੀ
ਪ੍ਰੋਪਰਟੀ ਦੀ ਗੱਲ ਕਰ ਰਹੇ ਹਾਂ ਆਪਾਂ ਕਿ ਕਿੰਨੀ ਫ੍ਰੀਕੁਐਂਸੀ ਹੈਗੀ ਆ ਆਪਣੇ ਕੋਲੇ ਆਪਣੇ ਜਿਹੜਾ ਹੈਗਾ ਸਾਊਂਡ ਦੀ। ਤਾਂ ਇੱਥੇ ਜਿਹੜਾ ਹੈਗਾ ਰੂਮ ਦੀਆਂ ਤਾਂ ਕੋਈ ਡਾਇਮੈਂਸ਼ਨਸ ਦੀ ਗੱਲ ਨਹੀਂ ਕੀਤੀ। ਮੈਂ ਕੀ ਕਿਹਾ ਆ ਕਿ ਰਿਵਰਬੇਸ਼ਨ ਟਾਈਮ ਕਾਹਦੇ ਤੇ ਡਿਪੈਂਡ ਕਰਦਾ ਆ, ਆਪਣੇ ਜਿਹੜੇ ਆਡੀਟੋਰੀਅਮ 'ਚ ਬੈਠੇ ਆ ਉਹਦੀਆਂ ਪ੍ਰੋਪਰਟੀਜ਼ 'ਤੇ। ਠੀਕ ਹੈ, ਇਹਨੂੰ ਆਪਾਂ ਇੱਕ ਵਾਰ ਪੈਂਡਿੰਗ 'ਚ ਰੱਖ ਲੈਂਦੇ ਹਾਂ। ਨੈਕਸਟ ਕੀ ਆ ਗਿਆ, ਨੇਚਰ ਆਫ ਦ ਵਾਲਸ। ਜਿਹੜੀਆਂ ਵਾਲਸ ਹੈਗੀਆਂ ਆ ਉਹ ਕਿਸ ਤਰ੍ਹਾਂ ਦੀਆਂ, ਤੁਸੀਂ ਸ਼ਾਇਦ ਨੋਟਿਸ ਕੀਤਾ ਹੋਵੇ ਕਿ ਜਿੱਥੇ ਮਿਊਜ਼ਿਕ ਕੰਪੋਜ਼ ਕੀਤਾ ਜਾਂਦਾ ਤਾਂ ਉੱਥੋਂ ਦੀਆਂ ਵਾਲਸ ਨੂੰ ਬੜੇ ਸਪੈਸੀਫਿਕ ਤਰੀਕੇ ਨਾਲ ਬਣਾਇਆ ਜਾਂਦਾ ਹੈ ਕਿ ਕੋਈ ਜਿਹੜੀ ਹੈਗੀ ਆਊਟਰ ਇੰਟਰਫੇਅਰੈਂਸ ਨਾ ਹੋਵੇ, ਜਾਂ ਜਿਹੜੀ ਸਾਊਂਡ ਹੈਗੀ ਆ ਉਹ ਕਲੈਰਿਟੀ ਆਵੇ, ਪਿੱਛੋਂ ਕੋਈ ਬੈਕਗਰਾਊਂਡ ਨੋਇਸ ਨਾ ਹੋਵੇ। ਤਾਂ ਉਹ ਸਾਰੀਆਂ ਚੀਜ਼ਾਂ ਕੀ ਦਿਖਾਉਂਦੀਆਂ ਨੇ ਕਿ ਆਪਣੇ ਕੋਲੇ ਜਿਹੜਾ ਸਾਊਂਡ ਹੈਗਾ ਆ, ਸਾਊਂਡ ਦੇ ਉੱਤੇ ਕਾਹਦੇ ਉੱਤੇ ਡਿਪੈਂਡ ਕਰ ਰਿਹਾ ਆ ਕਿ ਵਾਲਸ ਜਿਹੜੀਆਂ ਹੈਗੀਆਂ ਉਹ ਕਿਸ ਤਰ੍ਹਾਂ ਦੀਆਂ ਨੇ। ਠੀਕ ਹੈ, ਤਾਂ ਓਬਵੀਅਸਲੀ ਨੇਚਰ ਆਫ ਵਾਲਸ ਵੀ ਜਿਹੜਾ ਹੈਗਾ ਅਫੈਕਟ ਕਰ ਰਿਹਾ ਆ ਆਪਣਾ ਰਿਵਰਬੇਸ਼ਨ ਟਾਈਮ ਨੂੰ। ਏਰੀਆ ਆਫ ਦਾ ਵਾਲ, ਅਗੇਨ ਏਰੀਆ, ਸਾਈਜ਼, ਇਹ ਚੀਜ਼ ਕੀ ਹੈ, ਇਹ ਪ੍ਰੋਪਰਟੀਜ਼ ਨੇ ਰੂਮ ਦੀਆਂ। ਤਾਂ ਆਪਣੇ ਕੋਲ ਇੱਥੇ ਕਰੈਕਟ ਆਪਸ਼ਨ ਕੀ ਹੈਗੀ ਆ, ਬੀ ਕਰੈਕਟ ਆਪਸ਼ਨ ਹੈ। ਫ੍ਰੀਕੁਐਂਸੀ ਆਫ ਸਾਊਂਡ ਜਿਹੜੀ ਹੈਗੀ ਆ ਉਹ ਸਾਊਂਡ ਦੀ ਪ੍ਰੋਪਰਟੀ ਹੈ, ਨਾ ਕਿ ਆਪਣੇ ਆਡੀਟੋਰੀਅਮ ਦੀ ਪ੍ਰੋਪਰਟੀ ਹੈ। ਤਾਂ ਕਰਕੇ ਜਿਹੜਾ ਹੈਗਾ ਸਾਊਂਡ ਦੀ ਫ੍ਰੀਕੁਐਂਸੀ ਦੇ ਨਾਲ ਜਿਹੜਾ ਹੈਗਾ ਇਹ ਚੀਜ਼ ਬਿਲਕੁਲ ਵੀ ਅਫੈਕਟ ਨਹੀਂ ਹੁੰਦੀ। ਕੌਣ, ਰਿਵਰਬੇਸ਼ਨ ਟਾਈਮ ਆਫ ਐਨੀ ਸਾਊਂਡ। ਓਕੇ, ਸੋ ਉਹ ਕਹਿੰਦੇ ਕਿ ਇਹਨਾਂ 'ਚੋਂ ਕਿਹੜੀ ਚੀਜ਼ ਦਾ ਐਂਪਲੀਟਿਊਡ ਹੈਗਾ ਹੈ ਜਿਹੜਾ 0 ਵੱਲ ਜਾਂਦਾ ਆ, ਬੋਥ ਐਟ ਵੈਰੀ ਲੋ ਐਂਡ ਐਟ ਵੈਰੀ ਹਾਈ ਫ੍ਰੀਕੁਐਂਸੀ। ਠੀਕ ਹੈ, ਤਾਂ ਆਪਣੇ ਕੋਲੇ ਕੀ ਹੈਗਾ, ਆਪਾਂ ਗੱਲ ਕਰਦੇ ਹੈਗੇ ਆ ਐਂਪਲੀਟਿਊਡ ਦੀ। ਠੀਕ ਹੈ, ਕਿ ਐਂਪਲੀਟਿਊਡ ਜਦੋਂ ਕਿਸੇ ਵੀ ਚੀਜ਼ ਦਾ ਲੋ ਜਾਂ ਬਹੁਤ ਜ਼ਿਆਦਾ ਹਾਈ ਜਾ ਰਿਹਾ ਆ ਆਪਣੇ ਕੋਲੇ ਲੋ ਜਾਂ ਹਾਈ ਫ੍ਰੀਕੁਐਂਸੀਜ਼ ਦੇ ਉੱਤੇ। ਠੀਕ ਹੈ, ਤਾਂ ਆਪਾਂ ਨੂੰ ਪਤਾ ਹੈਗਾ ਗਾ ਆਪਾਂ ਨੂੰ ਪਤਾ ਹੈ ਕਿ ਆਪਣੇ ਕੋਲੇ ਜਿਹੜੀ ਵੈਲੋਸਿਟੀ ਹੈਗੀ ਆ ਉਹ ਇਕਲੌਤੇ ਇਹੋ ਜਿਹਾ ਜਿਹੜਾ ਹੈਗਾ ਆਪਣੇ ਕੋਲੇ ਵੇਰੀਏਬਲ ਹੈ ਜਿਹਦੇ ਵਿੱਚ ਕੀ ਹੁੰਦਾ ਹੈ ਕਿ ਜੇ ਮੈਂ ਫ੍ਰੀਕੁਐਂਸੀ ਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਹਾਈ ਕਰਦਾ ਤਾਂ ਵੀ ਆਪਣੇ ਕੋਲ ਵੈਲੋਸਿਟੀ ਟੈਂਡਸ ਟੂਵਰਡਸ 0 ਹੋ ਜਾਂਦੀ ਹੈ, ਅਤੇ ਜੇ ਉਸ ਚੀਜ਼ ਨੂੰ ਮੈਂ ਬਹੁਤ ਜ਼ਿਆਦਾ ਲੋ ਕਰਦਾ ਤਾਂ ਵੀ ਜਿਹੜੀ ਹੈਗੀ ਆ ਉਸ ਟਾਈਮ ਦੇ ਉੱਤੇ ਜਿਹੜੀ ਹੈਗੀ ਆ ਆਪਣੇ ਕੋਲੇ ਜਿਹੜੀ ਸਿਸਟਮ ਦੇ ਵਿੱਚ ਐਂਪਲੀਟਿਊਡ ਹੈਗਾ ਆ ਉਹ ਕਿੰਨਾ ਹੋ ਜਾਂਦਾ ਹੈ, 0 ਹੋ ਜਾਂਦਾ ਹੈ। ਤਾਂ ਇਸ ਕੇਸ ਦੇ ਵਿੱਚ ਕਰੈਕਟ ਆਪਸ਼ਨ ਆਪਣੇ ਕੋਲੇ ਕੀ ਹੈਗੀ ਆ, ਵੈਲੋਸਿਟੀ ਆਫ ਦ ਵੇਵ। ਠੀਕ ਹੈ ਜੀ, ਇਹ ਪਾਰਟ ਜਿਹੜਾ ਹੈਗਾ ਰਾਜੇ ਵੇਵ ਮਕੈਨਿਕਸ ਦੇ ਵਿੱਚ ਡਿਸਕਸ ਕੀਤਾ ਜਾਊਗਾ। ਉਸ ਤੋਂ ਬਾਅਦ ਕੀ ਆ, ਵਿਚ ਆਫ ਦ ਫੋਲੋਇੰਗ ਟਰਮ ਇਜ਼ ਨਾਟ ਰਿਲੇਟਡ ਟੂ ਵੇਵ ਇਨ ਅ ਸਟਰਿੰਗ। ਆਪਾਂ ਇੱਕ ਸਟਰਿੰਗ ਲਿਆ, ਆਪਾਂ ਉਹਦੀ ਵੇਵ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੰਨ ਲਓ ਤੁਸੀਂ ਸਟਰਿੰਗ ਇੱਦਾਂ ਲੈ ਕੇ ਘੁਮਾ ਰਹੇ ਹੋ। ਹੁਣ ਇਹਦੇ ਵਿੱਚੋਂ ਇੱਕ ਚੀਜ਼ ਹੈਗੀ ਆ, ਆਪਾਂ ਸਭ ਤੋਂ ਪਹਿਲਾਂ ਕਿਹਾ ਕਿ ਇਲਾਸਟਿਕ ਵੇਵਸ ਜਨਰੇਟ ਹੋ ਰਹੀਆਂ ਨੇ ਜਾਂ ਮਕੈਨੀਕਲ ਵੇਵਸ ਜਨਰੇਟ ਹੋ ਰਹੀਆਂ ਨੇ। ਠੀਕ ਹੈ, 1 ਡਾਇਮੈਂਸ਼ਨਲ ਵੇਵ ਜਨਰੇਟ ਹੋ ਰਹੀ ਆ। ਠੀਕ ਹੈ, ਇਲਾਸਟਿਕ ਜਾਂ ਮਕੈਨੀਕਲ ਵੇਵ ਦਾ ਹੋਣਾ ਡਿਪੈਂਡ ਕਰਦਾ ਆ ਸਟਰਿੰਗ ਦੀਆਂ ਪ੍ਰੋਪਰਟੀਜ਼ 'ਤੇ, ਕਿਸ ਤਰ੍ਹਾਂ ਦੀ ਸਟਰਿੰਗ ਆਪਾਂ ਜਿਹੜੀ ਹੈਗੀ ਆ ਯੂਜ਼ ਕਰ ਰਹੇ ਹਾਂ। ਜਿੱਥੋਂ ਤੱਕ 1 ਡਾਇਮੈਂਸ਼ਨਲ ਵੇਵ ਦੀ ਗੱਲ ਹੈਗੀ ਆ, ਅਗਰ ਮੈਂ 1 ਡਾਇਮੈਂਸ਼ਨਲ ਸਟਰਿੰਗ ਨੂੰ ਜਿਹੜਾ ਹੈਗਾ ਘੁਮਾ ਰਹੀ ਹਾਂ ਤਾਂ ਉਹਦੇ ਨਾਲ ਕੀ ਹੈਗਾ 1 ਡਾਇਮੈਂਸ਼ਨਲ ਵੇਵਸ ਹਮੇਸ਼ਾ ਬਣਨਗੀਆਂ ਆਪਣੇ ਕੋਲੇ। ਬਟ ਦਾ ਰੋਂਗ ਆਪਸ਼ਨ ਇਜ਼ 2 ਡਾਇਮੈਂਸ਼ਨਲ ਵੇਵਸ। ਅਗਰ ਆਪਾਂ 1 ਡਾਇਮੈਂਸ਼ਨਲ ਸਟਰਿੰਗ ਲੈ ਕੇ ਉਹਦੀਆਂ ਵੇਵਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤਾਂ 2 ਡਾਇਮੈਂਸ਼ਨਲ ਵੇਵਸ ਜਿਹੜੀਆਂ ਉਹ ਨਹੀਂ ਪ੍ਰੋਡਿਊਸ ਹੋਣਗੀਆਂ। 2 ਡਾਇਮੈਂਸ਼ਨਲ ਵੇਵ ਦਾ ਕੀ ਮਤਲਬ ਹੈ ਕਿ ਮੇਰੇ ਕੋਲ ਐਕਸ ਡਾਇਰੈਕਸ਼ਨ ਦੇ ਵਿੱਚ ਵੀ ਕੋਈ ਵੇਰੀਏਸ਼ਨ ਆ ਰਹੀ ਆ, ਮੇਰੇ ਕੋਲ ਵਾਈ ਡਾਇਰੈਕਸ਼ਨ ਦੇ ਵਿੱਚ ਵੀ ਕੁਛ ਵੇਰੀਏਸ਼ਨ ਆ ਰਹੀ ਹੈ। ਤਾਂ ਅਗਰ ਮੈਂ 1D ਸਟਰਿੰਗ ਨੂੰ ਘੁਮਾ ਰਹੀ ਹਾਂ ਤਾਂ ਉਹਦੇ ਨਾਲ 2 ਡਾਇਮੈਂਸ਼ਨਲ ਵੇਵ ਕਦੇ ਵੀ ਆਪਣੇ ਕੋਲੇ ਨਹੀਂ ਬਣੂਗੀ, ਕਿਉਂਕਿ ਉਹਦੇ ਵਿੱਚ ਚੇਂਜ ਸਿਰਫ ਇੱਕ ਡਾਇਰੈਕਸ਼ਨ 'ਚ ਆਊਗਾ, ਚਾਹੇ ਉਹ ਐਕਸ ਡਾਇਰੈਕਸ਼ਨ 'ਚ ਆ ਜਾਵੇ ਚਾਹੇ ਉਹ ਵਾਈ ਡਾਇਰੈਕਸ਼ਨ 'ਚ ਆ ਜਾਵੇ। ਤਾਂ ਇੱਥੇ ਕੀ ਹੈਗਾ 2 ਡਾਇਮੈਂਸ਼ਨਲ ਵੇਵ ਜਿਹੜੀ ਹੈਗੀ ਆ ਉਹ ਕਦੇ ਵੀ ਜਨਰੇਟ ਨਹੀਂ ਹੋ ਸਕਦੀ ਆਪਣੇ ਕੋਲੇ 1D ਸਟਰਿੰਗ ਤੋਂ। ਉਸ ਤੋਂ ਬਾਅਦ ਕੀ ਹੈ, ਐਗਜ਼ਾਮਪਲ ਆਫ ਨੋਨ ਪੋਲਰ ਡਾਇਲੈਕਟ੍ਰਿਕ। ਠੀਕ ਹੈ, ਪੋਲਰ ਅਤੇ ਨੋਨ ਪੋਲਰ ਦਾ ਆਪਾਂ ਕੀ ਡਿਫਰੈਂਸ ਛੋਟੀਆਂ ਕਲਾਸਾਂ ਦੇ ਵਿੱਚ ਆਪਾਂ ਕੈਮਿਸਟਰੀ ਦੇ ਵਿੱਚ ਪੜ੍ਹਦੇ ਹੁੰਦੇ ਸੀ ਕਿ ਪੋਲਰ ਮੋਲੀਕਿਊਲਸ ਉਹ ਵਾਲੇ ਮੋਲੀਕਿਊਲਸ ਹੁੰਦੇ ਆ ਜਿਹਦੇ ਵਿੱਚ ਇੱਕ ਮੋਲੀਕਿਊਲ ਆਪਣੇ ਕੋਲੇ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ, ਦੂਸਰਾ ਜਿਹੜਾ ਹੈਗਾ ਉਹ ਘੱਟ ਇਲੈਕਟ੍ਰੋਨੈਗੇਟਿਵ ਹੈ। ਤਾਂ ਉਹਦੀ ਵਜ੍ਹਾ ਕਰਕੇ ਕੀ ਹੈਗਾ ਜਿਹੜਾ ਆਪਣਾ ਇਲੈਕਟ੍ਰੋਨ ਕਲਾਊਡ ਹੁੰਦਾ ਆ ਘੱਟ ਇਲੈਕਟ੍ਰੋਨੈਗੇਟਿਵ ਐਲੀਮੈਂਟ ਦਾ, ਉਹ ਕੀ ਹੈ ਥੋੜ੍ਹਾ ਜਿਹਾ ਸ਼ਿਫਟ ਹੋ ਜਾਂਦਾ ਆ ਜ਼ਿਆਦਾ ਇਲੈਕਟ੍ਰੋਨੈਗੇਟਿਵ ਐਲੀਮੈਂਟ ਵੱਲ। ਜਿਵੇਂ ਕਿ ਇੱਥੇ ਇਹਨਾਂ ਨੇ ਵਾਟਰ ਦੀ ਗੱਲ ਕੀਤੀ, ਤਾਂ ਵਾਟਰ ਦਾ ਅਗਰ ਆਪਾਂ ਫਾਰਮੂਲਾ ਦੇਖੀਏ ਤਾਂ H2। ਠੀਕ ਹੈ, ਤਾਂ ਅਗਰ ਮੈਂ ਇਹਨੂੰ ਡਰਾ ਕਰਾਂ ਤਾਂ ਆਪਣੇ ਕੋਲ ਆਕਸੀਜਨ, ਹਾਈਡਰੋਜਨ, ਹਾਈਡਰੋਜਨ। ਹੁਣ ਮੈਨੂੰ ਪਤਾ ਆ ਆਕਸੀਜਨ ਜਿਹੜਾ ਹੈਗਾ ਹਾਈਡਰੋਜਨ ਦੇ ਨਾਲੋਂ ਜ਼ਿਆਦਾ ਇਲੈਕਟ੍ਰੋਨੈਗੇਟਿਵ ਹੈ। ਅਗਰ ਜਿਹੜਾ ਹੈਗਾ ਇਹਨਾਂ ਦੋਨਾਂ ਨੇ ਇੱਕ ਇੱਕ ਇਲੈਕਟ੍ਰੋਨ ਸ਼ੇਅਰ ਕੀਤਾ ਹੋਇਆ ਇਸ ਜਗ੍ਹਾ ਦੇ ਉੱਤੇ,
ਤਾਂ ਜਿਹੜਾ ਹਾਈਡਰੋਜਨ ਵਾਲਾ ਇਲੈਕਟ੍ਰੋਨ ਹੈਗਾ ਆ ਉਹ ਇਲੈਕਟ੍ਰੋਨ ਕੀ ਹੋਊਗਾ, ਉਹ ਸਲਾਈਟਲੀ ਜਿਹੜਾ ਹੈਗਾ ਸ਼ਿਫਟ ਹੋ ਜਾਊਗਾ ਆਕਸੀਜਨ ਵੱਲ। ਠੀਕ ਹੈ, ਤਾਂ ਜਿਹੜਾ ਆਕਸੀਜਨ ਹੈਗਾ ਆ ਇਹਦੇ ਤੇ ਸਲਾਈਟਲੀ ਨੈਗੇਟਿਵ ਚਾਰਜ ਆ ਜਾਊਗਾ, ਹਾਈਡਰੋਜਨਸ ਦੇ ਉੱਤੇ ਆਪਣੇ ਕੋਲੇ ਸਲਾਈਟਲੀ ਪੋਜ਼ਿਟਿਵ ਚਾਰਜ ਜਿਹੜਾ ਹੈਗਾ ਆਪਾਂ ਕਹਿ ਦਈਏ ਇੰਡਿਊਸ ਹੋ ਜਾਊਗਾ। ਕਿਉਂਕਿ ਆਕਸੀਜਨ ਜਿਹੜਾ ਹੈਗਾ ਜ਼ਿਆਦਾ ਇਲੈਕਟ੍ਰੋਨੈਗੇਟਿਵ ਆ, ਉਹਨੇ ਕੀ ਕੀਤਾ, ਹਾਈਡਰੋਜਨ ਦੇ ਇਲੈਕਟ੍ਰੋਨ ਕਲਾਊਡ ਨੂੰ ਆਪਣੀ ਤਰਫ ਸ਼ਿਫਟ ਕਰ ਲਿਆ, ਜਿਹਦੀ ਵਜ੍ਹਾ ਕਰਕੇ ਹਾਈਡਰੋਜਨ ਦੇ ਉੱਤੇ ਪੋਲ ਜਿਹੜਾ ਹੈਗਾ ਉਹਦੇ ਉੱਤੇ ਕੀ ਆ ਗਿਆ, ਪਾਰਸ਼ਲੀ ਪੋਜ਼ਿਟਿਵ। ਇਹਨੂੰ ਆਪਾਂ ਜਿਹੜਾ ਹੈਗਾ ਡੈਲਟਾ ਪੋਜ਼ਿਟਿਵ ਨਾਲ ਰਿਪਰੈਜ਼ੈਂਟ ਕਰਦੇ ਹਾਂ। ठीक है, तो आ चीज़ भी की होगी अपने को डेल्टा टू नैगेटिव। तो ये चीज़ की है कि थोड़ा शिफ्ट होया है सिस्टम के विचों इलैक्ट्रॉन क्लाउड ऑक्सीजन की तरफ। तो वाटर जिहड़ा मॉलीक्यूल हैगा, तो इत्थों आपां नूं पता लग गया जिहड़ा वाटर का मॉलीक्यूल हैगा आ उहदे विच जिहड़ा हैगा इहदे नाल हुण की हो गया, इधर थोड़ा नैगेटिव चार्ज आ गया, इधर थोड़ा पॉजिटिव चार्ज हो गया। तो आ जनरेट की हो गया अपने को पोल जनरेट हो गया। तो दैट मीनस कि ये नॉन पोलर तो बिल्कुल नहीं हैगा। नैक्सट आ गया हाइड्रोक्लोरिक एसिड। हाइड्रोक्लोरिक एसिड की होंदा जी अपने को HCl है ना। अगेन अगर मैं देखा हाइड्रोजन तो क्लोरीन की गल करा तो हाइड्रोजन अपने को क्लोरीन अपने को ज़्यादा जिन्हों मैं कह दीए इलैक्ट्रोनैगेटिव है, जिहदी वजह करके क्लोरीन के उत्ते जिहड़ा हैगा पार्शली नैगेटिव चार्ज तो हाइड्रोजन के उत्ते पार्शली पॉजिटिव चार्ज आ जाता। क्यों, अगेन हाइड्रोजन का जिहड़ा इलैक्ट्रॉन क्लाउड हैगा वो शिफ्ट हो जाता है क्लोरीन की तरफ। तो अगेन हाइड्रोक्लोरिक एसिड भी अपने को नॉन पोलर नहीं हैगा। सल्फर डाईऑक्साइड SO2 सिमिलर केस दे विच कि इहदे विच हो रहा है कि जिहड़ा हैगा अपने को एक चीज़ ज़्यादा इलैक्ट्रोनैगेटिव है, एक चीज़ घट इलैक्ट्रोनैगेटिव है, तो अपने को फिर जिहड़ा हैगा इलैक्ट्रॉन क्लाउड जिहड़ा हैगा आ वो शिफ्ट हो रहा है। लास्ट आ गया अपने को राजे ऑक्सीजन। ऑक्सीजन की हो गया O2, दो ऑक्सीजन मॉलीक्यूल्स ने। तो हुण मैनूं इत्थों इन्नी गल तो क्लीयर हो गई कि अगर मेरे को ऑक्सीजन का ऑक्सीजन नाल बॉन्ड जनरेट कर रही हूँ मैं, तो अगर मेरे को दो ऑक्सीजन ने तो दोनों ऑक्सीजन की है सेम इलैक्ट्रोनैगेटिविटी है क्योंकि सेम एलीमेंट है। दैट मीनस कि इत्थे कोई भी जिहड़ा हैगा अपने को डेल्टा पॉजिटिव या डेल्टा नैगेटिव जिहड़ा हैगा नहीं बनूगा। अगर नहीं बनूगा दैट मीनस ये मॉलीक्यूल की हैगा नॉन पोलर मॉलीक्यूल है। पोलर मॉलीक्यूल मीनस जिहदे च पोल्स बन जाण। पोल्स कदों बनणगे, जदों एक एलीमेंट ज़्यादा इलैक्ट्रोनैगेटिव है दूजा घट इलैक्ट्रोनैगेटिव है। तो ज़्यादा वाला की करूगा, घट वाले दे जिहड़े हैगे इलैक्ट्रॉन्स नूं इलैक्ट्रॉन क्लाउड नूं अपनी तरफ शिफ्ट कर लूगा। तो ऑक्सीजन दे विच दोनों जिहड़े हैगे आ उन्हां दे विच जिहड़े हैगे सेम तरह के एलीमेंट है, तो इत्थे कोई भी पोल जिहड़ा हैगा वो नहीं बनूगा। ओके जी, नैक्सट अपने को की आ गया वैन द फोर्स ऑन 2 coulomb due to fixed charge of 4 coulomb is 2 Newton the electric field at the charge of 2 coulomb। तो इलैक्ट्रिक फील्ड की आपां जिहड़ी हैगी आ गल करते हैं। आपां नूं इन्नी गल पता हैगी आ कि फोर्स इज इक्वल्स टू चार्ज इनटू इलैक्ट्रिक फील्ड। ठीक है, जिन्हों कि आप लिखते होंगे F इज इक्वल्स टू Q इंटू E। ठीक है, हुण इहदे च आपां फोर्स कैलकुलेट, फोर्स इज इक्वल्स टू चार्ज इंटू इलैक्ट्रिक फील्ड। उन्होंने की क्या आ कि अपने को जिहड़ी हैगी आ वैन द फोर्स ऑन 2 coulomb चार्ज ड्यू टू फिक्स चार्ज ऑफ 4 coulomb इज 2 Newton द इलैक्ट्रिक फील्ड। हुण अपने को जिहड़े हैगे आ दो चार्जिस ने, एक चार्ज पिया हैगा 2 कूलम का, दूसरा चार्ज किन्ने दा आया अपने को 4 कूलम का। हुण आपां की कैलकुलेट करने की कोशिश कर रहे हैं, वो कहते वैन द फोर्स ऑन 2 कूलम, जिहड़ा 2 कूलम का चार्ज हैगा इहदे ते फोर्स की वैल्यू कितनी आ रही हैगी 2 न्यूटन हैगी है। ठीक है, ड्यू तो इसे दा आपां की कैलकुलेट करना है इलैक्ट्रिक फील्ड। ठीक है, तो इलैक्ट्रिक फील्ड कैलकुलेट करना है, ये क्यू की वैल्यू भी कितनी है अपने को 2 कूलम। 2 कूलम चार्ज है, फोर्स जी हैगी 2 न्यूटन फील कर रहा है। 2 कूलम चार्ज 2 न्यूटन फोर्स नूं जिहड़ा एक्सपीरियंस कर रहा है। तो अगर मैं इसे फॉर्मूले दे विच कैलकुलेट फिल करा वैल्यूज़ नूं, 2 न्यूटन जी हैगी फोर्स एक्सपीरियंस की जा रही है 2 कूलम के चार्ज द्वारा।
तो ਉਹਦੇ ਤੇ मैं कैलकुलेट की करने की कोशिश कर रही हूँ इलैक्ट्रिक फील्ड। तो आ चीज़ इधर आके डिवाइड होगी तो ये कितना आ गया 2 न्यूटन डिवाइडेड बाय 2 कूलम इज इक्वल्स टू ई। तो ई की वैल्यू की आ गई 1 न्यूटन पर कूलम। ठीक है जी। तो अपने को किहड़ी ऑप्शन सही हैगी फर्स्ट ऑप्शन। तो आह वाला फॉर्मूला आप बिल्कुल छोटिया क्लासा +1 +2 के किया आ फोर्स से इलैक्ट्रिक फील्ड का रिलेशनशिप फोर्स इज इक्वल्स टू चार्ज इनटू इलैक्ट्रिक फील्ड जिथे कि आप सिंपली उन्होंने वैल्यूज़ को रिप्लेस किया किन्ने कूलम चार्ज है किन्नी फोर्स एक्सपीरियंस कर रहा है।